ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਕਾਂਗਰਸ ਦੇ ਰਾਜਸਥਾਨ ਦੇ ਵਿੱਚ ਜਿਸ ਤਰ੍ਹਾਂ ਦਾ ਰਫੜ ਪਿਆ, ਉਸ ਰਫੜ ਨੇ ਕਾਂਗਰਸ ਦੇ ਅੰਦਰ ਤੇ ਕਾਂਗਰਸ ਦੇ ਬਾਹਰ ਨਵੀਆਂ ਪਰਿਸਥਿਤੀਆਂ ਪੈਦਾ ਕਰ ਦਿੱਤੀਆਂ। ਜਿਸ ਤਰ੍ਹਾਂ ਪਹਿਲਾਂ ਲੱਗ ਰਿਹਾ ਸੀਗਾ ਕਿ ਕਾਂਗਰਸ ਦੇ ਪ੍ਰਧਾਨਗੀ ਦੀ ਜਿਹੜੀ ਚੋਣ ਹੈ ਉਹ ਵੀ ਬੜੀ ਆਸਾਨੀ ਨਾਲ ਸਿਰੇ ਚੜ ਜੇਗੀ ਤੇ ਅਸ਼ੋਕ ਗਹਿਲੋਤ ਹੋਣੀ ਪ੍ਰਧਾਨ ਬਣ ਜਾਣਗੇ। ਪਰ ਅਚਾਨਕ ਜਿਹੜਾ ਇਹ ਸਾਰਾ ਕੁਝ ਬਦਲਿਆ ਔਰ ਜਦੋਂ ਰਾਜਸਥਾਨ ਦੇ ਜਿਹੜੇ ਕਾਂਗਰਸ ਵਿਧਾਇਕ ਸੀ ਉਹਨਾਂ ਦੀ ਮੀਟਿੰਗ ਸੱਦੀ ਗਈ ਤੇ ਦੋ ਜਿਹੜੇ ਹੈ ਅਬਜ਼ਰਵਰ ਕੇਂਦਰ ਤੋਂ ਜਿਹੜੇ ਹੈ ਪ੍ਰਧਾਨ ਜਿਹੜੇ ਕਾਂਗਰਸ ਦੇ ਸੋਨੀਆ ਗਾਂਧੀ ਉਹਨਾਂ ਨੇ ਭੇਜੇ, ਮਲਕਰਜਨ ਖੜਗੇ ਤੇ ਜਿਹੜੇ ਦੂਸਰੇ ਉਹਨਾਂ ਦੇ ਨਾਲ ਸੀਗੇ ਮਾਕਨ ਹੋਣੀ। ਇਹ ਦੋਨੇ ਉੱਥੇ ਜਦ ਪਹੁੰਚੇ ਤਾਂ ਜਿਹੜੇ ਵਿਧਾਇਕ ਸੀਗੇ ਉਹ ਉਹਨਾਂ ਦੇ ਮੁੱਖ ਮੰਤਰੀ ਦੇ ਘਰ ਆਉਣ ਦੀ ਥਾਂ ਇੱਕ ਧਾਲੀਵਾਲ ਜਿਹੜਾ ਉਹਨਾਂ ਦਾ ਮੰਤਰੀ ਸੀ, ਆਗੂ ਸੀ, ਉਸ ਦੇ ਘਰ ਉਹ ਇਕੱਠੇ ਹੋਏ। ਔਰ ਉਸ ਤੋਂ ਬਾਅਦ ਇਹ ਜਿਹੜਾ ਸੀਗਾ ਰਫੜ, ਇਹ ਰੇੜਕਾ, ਇਹ ਲਗਾਤਾਰ ਵੱਧਦਾ ਗਿਆ ਔਰ ਜਿਹੜੇ ਅਬਜ਼ਰਵਰ ਸੀਗੇ ਮਿਸਟਰ ਖੜਗੇ ਤੇ ਮਾਕਨ, ਉਹਨਾਂ ਨੂੰ ਵਾਪਸ ਆ ਕੇ ਹਾਈ ਕਮਾਂਡ ਨੂੰ ਸਾਰੀ ਸਥਿਤੀ ਦੱਸਣੀ ਪਈ। ਹੁਣ ਇਸ ਵੇਲੇ ਸਾਰੀ ਜਿਹੜੀ ਲਿਖਤੀ ਰਿਪੋਰਟ ਹੈ ਉਹ ਹਾਈ ਕਮਾਂਡ ਦੇ ਕੋਲ ਹੈ, ਪ੍ਰਧਾਨ ਦੇ ਕੋਲ ਹੈ, ਸੋਨੀਆ ਗਾਂਧੀ ਦੇ ਕੋਲ ਹੈ। ਉਹ ਇਸ ਤੇ ਅਗਲਾ ਕੀ ਕਦਮ ਚੁੱਕਦੇ ਆ, ਇਸ ਗੱਲ ਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ। ਇਸ ਗੱਲ ਨੂੰ ਅਸੀਂ ਆਪਣੇ ਅੱਜ ਦੀ ਚਰਚਾ 'ਚ ਵਿਚਾਰਾਂਗੇ। ਔਰ ਦੂਸਰਾ ਸਵਾਲ ਜਿਹੜਾ ਪ੍ਰਧਾਨਗੀ ਨੂੰ ਲੈ ਕੇ ਖੜਾ ਹੋ ਗਿਆ ਉਸ ਨੂੰ ਵਿਚਾਰਾਂਗੇ। ਔਰ ਤੀਸਰਾ ਜਿਹੜੀ ਭਾਰਤ ਜੋੜੋ ਯਾਤਰਾ ਉਸ ਦੇ ਉੱਤੇ ਇਹਨਾਂ ਘਟਨਾਵਾਂ ਦਾ, ਇਹ ਸਾਰੀ ਜਿਹੜੀ ਅੰਦਰਲਾ ਰਫੜ ਹੈ, ਰੇੜਕਾ ਕਾਂਗਰਸ ਦੇ ਅੰਦਰ ਪਿਆ ਰਾਜਸਥਾਨ ਦੇ ਵਿੱਚ, ਉਸ ਦਾ ਕੀ ਅਸਰ ਪਏਗਾ। ਇਸ ਚਰਚਾ ਦੇ ਲਈ ਸਾਡੇ ਨਾਲ ਅੱਜ ਜੁੜੇ ਨੇ ਉੱਘੇ ਚਿੰਤਕ, ਉੱਘੇ ਵਿਦਵਾਨ ਸਤਨਾਮ ਚਾਨਾ ਜੀ, ਜਿਹੜੇ ਕੌਮੀ ਰਾਜਨੀਤੀ ਦੇ ਉੱਤੇ ਬੜੀ ਨੇੜਿਓਂ ਨਜ਼ਰ ਰੱਖਦੇ ਆ ਔਰ ਖਾਸ ਕਰਕੇ ਜਿਹੜੀ ਹੈ ਕਾਂਗਰਸ ਦੇ ਅੰਦਰ ਜੋ ਕੁਝ ਵਾਪਰ ਰਿਹਾ ਉਸ ਦੇ ਬਾਰੇ ਉਹਨਾਂ ਦੀ ਇੱਕ ਆਪਣੀ ਰਾਏ ਹੈ। ਤਾਂ ਉਹਨਾਂ ਤੋਂ ਅਸੀਂ ਇਹ ਜਾਣਾਂਗੇ ਕਿ ਇਹ ਸਾਰੀ ਸਥਿਤੀ ਜਿਹੜੀ ਪੈਦਾ ਹੋਈ ਹੈ ਤੇ ਇਹ ਕਿਸ ਪਾਸੇ ਨੂੰ ਜਿਹੜੀ ਮੋੜ ਲਏਗੀ। ਚਾਨਾ ਜੀ, ਤੁਹਾਡਾ ਪ੍ਰੋਗਰਾਮ ਸਵਾਗਤ ਹੈ। ਸ਼ੁਕਰੀਆ ਜੀ ਜੰਡੂ ਸਾਹਿਬ। ਚਾਨਾ ਜੀ, ਤੁਸੀਂ ਜਿਹੜੀ ਰਾਜਸਥਾਨ 'ਚ ਜੋ ਕੁਝ ਘਟਨਾਵਾਂ ਵਾਪਰੀਆਂ ਪਿਛਲੇ 2 ਦਿਨਾਂ ਦੇ ਦੌਰਾਨ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਅਰਥ ਹੈ ਇਹਨਾਂ ਦੇ? ਅਸਲ ਵਿੱਚ ਨਾ ਮੈਨੂੰ ਐਂ ਲੱਗਦਾ ਜੰਡੂ ਸਾਹਿਬ ਕਿ ਜਿਵੇਂ ਏਪੀ ਦਾ ਟ੍ਰੈਪ ਸੀ ਨਾ, ਉਹਦੇ ਵਿੱਚ ਕਾਂਗਰਸ ਫਸ ਗਈ ਹੈ ਜੀ। ਉਹ ਟ੍ਰੈਪ ਜਿਹੜਾ ਲਾਉਣਾ ਚਾਹੁੰਦੇ ਸੀ ਉਹਦੇ 'ਚ ਉਹਨਾਂ ਨੂੰ ਕਾਮਯਾਬੀ ਮਿਲ ਗਈ ਆ। ਟ੍ਰੈਪ ਉਹਨਾਂ ਦਾ ਕੀ ਸੀਗਾ ਕਿ ਇਹ ਜਿਹੜੀ ਪਰਿਵਾਰਵਾਦ ਦੀ ਉਹਨਾਂ ਨੇ ਰੱਟ ਲਾਈ ਸੀ। ਹਾਲਾਂਕਿ ਕੋਈ ਐਸੀ ਪਾਰਟੀ ਨੇ, ਪੋਲੀਟੀਕਲ ਪਾਰਟੀ ਜਾਂ ਰਾਜ ਕਰ ਹਟੀ ਜਾਂ ਕਰਨਾ ਚਾਹੁੰਦੀ ਆ ਜਾਂ ਲੰਬਾ ਸਮਾਂ, ਉਹਦੇ ਵਿੱਚ ਕਿਸੇ ਮੰਤਰੀ ਦਾ ਬੇਟਾ ਜਾਂ ਕਿਸੇ ਮੰਤਰੀ ਦਾ ਹੋਰ ਆਪਣੀ ਪਤਨੀ ਜਾਂ ਜਿਨ੍ਹਾਂ 'ਚ ਪਰਿਵਾਰਵਾਦ ਨਹੀਂ ਹੈ, ਕੋਈ ਐਸੀ ਪਾਰਟੀ ਨਹੀਂ ਹੈ ਜੀ। ਲੇਕਿਨ ਇਹ ਇੱਕ, ਕਿਉਂਕਿ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਤਾਂ ਚਲਿਆ ਆਉਂਦਾ ਇੱਕ ਰਾਜਨੀਤਿਕ ਘਰਾਣਾ ਹੈਗਾ ਆ, ਉਹ ਪਰਿਵਾਰਵਾਦ ਦਾ ਜਿਹੜਾ ਰੱਟ ਸੀ ਨਾ, ਉਹ ਇਹਦੇ ਨਾਲ ਜੁੜ ਗਈ ਤੇ ਕਾਂਗਰਸ ਫਸ ਗਈ ਇਸ ਟ੍ਰੈਪ ਦੇ ਵਿੱਚ। ਜਿਸ ਕਰਕੇ ਜਿਹੜਾ ਇਹਨਾਂ ਦਾ ਅਸਲ 'ਚ ਲੀਡਰ ਹੋਣਾ ਚਾਹੀਦਾ ਆ, ਜਿਹੜਾ ਅਸਲ ਵਿੱਚ ਇਹਨਾਂ ਦਾ ਲੀਡਰ ਡਿਵੈਲਪ ਹੋ ਵੀ ਰਿਹਾ ਆ, ਉਹ ਇਸ ਕਰਕੇ ਕਿ ਵੀ ਉਹਨਾਂ ਨੂੰ ਕਹਿਣ ਦਾ ਦੁਬਾਰਾ ਮੌਕਾ ਨਾ ਮਿਲੇ, ਇਸ ਕਰਕੇ ਅਸੀਂ ਮੈਂ ਚੋਣ ਨਹੀਂ ਲੜਨੀ, ਕੋਈ ਗਾਂਧੀ ਪਰਿਵਾਰ ਤੋਂ ਬਿਨਾਂ ਵਾਲਾ ਕੋਈ ਨਾ ਪ੍ਰਧਾਨ ਬਣਾਇਆ ਜਾਏ। ਹਾਲਾਂਕਿ ਸਾਰੇ ਜਾਣਦੇ ਆ ਕਿ ਪ੍ਰਧਾਨ ਕੋਈ ਵੀ ਬਣ ਜਾਵੇ, ਉਹ ਜਿਹੜੀ ਟੀਮ ਹੈਗੀ ਆ ਉਹਨਾਂ ਨੇ ਕਿਹਨਾਂ ਦੀ ਅਗਵਾਈ ਦੇ ਵਿੱਚ ਚੱਲਣਾ, ਕਿਹਨਾਂ ਨੇ ਉਹਨਾਂ ਨੂੰ ਲੀਡ ਕਰਨਾ, ਇਹ ਬੜਾ ਪਿੱਛੇ ਵੀ ਰਿਹਾ ਤੇ ਅੱਗੋਂ ਤੋਂ ਵੀ ਇਹ ਬੜਾ ਕਲੀਅਰ ਆ। ਇਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਸੀਗਾ ਕਿ ਗਹਿਲੋਤ ਆ ਜਿਹੜਾ, ਉਹ ਰਾਜਸਥਾਨ ਨਹੀਂ ਛੱਡਣਾ ਚਾਹੁੰਦਾ, ਉਹ ਮੁੱਖ ਮੰਤਰੀ ਰਹਿਣਾ ਚਾਹੁੰਦਾ ਹੈ। ਔਰ ਇਸ ਕਰਕੇ ਇਸ ਹਾਲਾਤ ਨੂੰ ਦੇਖਦਿਆਂ ਹੋਇਆਂ ਕਿ ਉਹ ਇੱਕ ਵਫਾਦਾਰ ਵੀ ਹੈ, ਕੇਂਦਰ ਦੀ ਲੀਡਰਸ਼ਿਪ ਦਾ, ਇਹਨਾਂ ਦੀ ਹਾਈ ਕਮਾਂਡ ਦਾ ਵਫਾਦਾਰ ਵੀ ਹੈ, ਔਰ ਉਹਦੇ 'ਚ ਡਰਾਈਵ ਵੀ ਹੈ। ਉਹ 50 ਸਾਲ ਪੁਰਾਣਾ ਉਹਨਾਂ ਦਾ ਇੱਕ ਇਤਿਹਾਸ ਵੀ ਹੈ। ਇਸ ਕਰਕੇ ਉਹਦੇ ਉੱਤੇ ਆਰਾਮ ਦੇ ਨਾਲ ਜਿਹੜੀ ਨਾ ਉਹ ਸਹਿਮਤੀ ਨਹੀਂ ਤਾਂ ਉਹਨੇ ਆਰਾਮ ਦੇ ਨਾਲ ਜਿੱਤ ਜਾਣਾ ਆ ਤੇ ਅੱਗੋਂ ਉਹ ਹਾਈ ਕਮਾਂਡ ਦੇ ਜਿਹੜਾ ਨਾ
ਕਮਾਂਡ ਦੇ ਵਿੱਚ ਹੀ ਚੱਲਣ ਵਾਲੀ ਇੱਕ ਸ਼ਖਸੀਅਤ ਹੈਗੀ, ਇਸ ਕਰਕੇ ਉਹਨਾਂ ਨੂੰ ਰਾਜਸਥਾਨ ਚੋਂ ਲੈ ਆਂਦਾ ਜਾਵੇ। ਔਰ ਉਹ ਲਗਾਤਾਰ ਉਹਦੀਆਂ ਇੰਡੀਕੇਸ਼ਨਸ ਇਹ ਰਹੀਆਂ ਕਿ ਉਹ ਰਾਜਸਥਾਨ ਨਹੀਂ ਛੱਡਣਾ ਚਾਹੁੰਦਾ, ਇਸ ਕਰਕੇ ਨਹੀਂ ਕਿ ਉਹ ਮੁੱਖ ਮੰਤਰੀ ਹੈ, ਲੇਕਿਨ ਇਸ ਕਰਕੇ ਵੀ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਘਟਨਾ ਵਾਪਰੀ, ਜਿੱਦਾਂ ਕਿ ਪਾਇਲਟ ਸਾਹਿਬ ਦਾ ਜਿਹੜਾ ਰੋਲ ਰਿਹਾ, ਭੂਮਿਕਾ, ਔਰ ਉਹਦੇ ਵਿੱਚ ਜਿਹੜੀ ਰੋਲ ਉਹਨਾਂ ਦੀ ਰਹੀ ਸੀ, ਵਿੱਚ ਉਹਨਾਂ ਨੇ ਜਿੱਦਾਂ ਆਪਣੇ ਵਿਧਾਇਕਾਂ ਨੂੰ ਤੇ ਜਿੱਦਾਂ ਆਪਣੇ ਪੈਰਾਕਾਰਾਂ ਨੂੰ ਲਾਮਬੰਦ ਕੀਤਾ ਹੋਇਆ ਸੀਗਾ, ਉਹਨਾਂ ਦੇ ਗਲੇ ਹੇਠੋਂ ਉਹ ਲੰਘਦਾ ਨਹੀਂ। ਔਰ ਇਹ ਨਹੀਂ ਚਾਹੁੰਦੇ ਸੀਗੇ ਕਿ ਜੇ ਗਹਿਲੋਤ ਸਾਹਿਬ ਚਲੇ ਜਾਣ ਤਾਂ ਫਿਰ ਉਹਨਾਂ ਦੀ ਜਗ੍ਹਾ ਤੇ ਜਿਹੜਾ ਮੁੱਖ ਮੰਤਰੀ ਹੈ ਰਾਜਸਥਾਨ ਦਾ, ਉਹ, ਇਸ ਕਰਕੇ ਇਹ ਦੋਵੇਂ ਗੱਲਾਂ ਜਿਹੜੀਆਂ ਨਾ, ਇਹਨਾਂ ਨੂੰ ਪਹਿਲਾਂ ਵੀ ਧਿਆਨ 'ਚ ਰੱਖਣੀਆਂ ਚਾਹੀਦੀਆਂ ਸੀਗੀਆਂ, ਔਰ ਇਹਨਾਂ ਨੂੰ ਪਤਾ ਸੀਗਾ ਕਿ ਕੋਈ ਨਾ ਕੋਈ ਰਫੜ ਖੜਾ ਹੋਏਗਾ। ਔਰ ਦੂਸਰੇ ਪਾਸੇ ਮਸਲਾ ਇਹ ਸੀਗਾ ਕਿ ਜਿਹੜੇ ਆਪਣੇ ਪਾਇਲਟ ਸਾਹਿਬ ਨੇ, ਉਹ ਰਾਹੁਲ ਗਾਂਧੀ ਦੇ ਤੇ ਪ੍ਰਿਯੰਕਾ ਦੇ ਕਾਫੀ ਨੇੜੇ ਮੰਨੇ ਜਾਂਦੇ, ਔਰ ਉਹ ਉਹਨਾਂ ਨੂੰ ਜਿਹੜਾ ਨਾ ਡਿਵੈਲਪ ਵੀ ਕਰਨਾ ਚਾਹੁੰਦੇ। ਇੱਕ ਉਹਨਾਂ ਦੇ ਉਮਰ ਦੇ ਲਿਹਾਜ਼ ਦੇ ਨਾਲ ਵੀ ਇੱਕ ਨਵੀਂ ਲੀਡਰਸ਼ਿਪ ਜਿਹੜੀ ਪੈਦਾ ਕਰਨ ਦਾ ਉਹਨਾਂ ਦਾ ਇੱਕ ਆਈਡੀਆ ਹੈ, ਲੈ ਕੇ ਚੱਲਦੇ ਆ ਕਿ ਨਵੀਂ ਲੀਡਰਸ਼ਿਪ ਦਾ ਕ੍ਰੌਪ ਅਪ ਹੋਣਾ, ਉਹਦੇ ਵਿੱਚ ਉਹ ਵੀ ਉਹਨਾਂ ਦੇ ਹਿਸਾਬ ਦੇ ਨਾਲ ਫਿੱਟ ਆਉਂਦੇ ਸੀ। ਪਰ ਰਾਜਸਥਾਨ ਦੀ ਪੋਲੀਟਿਕਸ ਦੇ ਵਿੱਚ ਜਿਹੜਾ ਨਾ ਉਹਨਾਂ ਦਾ ਰੋਲ ਜਿਹੜਾ ਸੀਗਾ, ਉਹਦੇ ਖਿਲਾਫ ਜਾਂ ਗਹਿਲੋਤ ਆਪ ਹੀ ਜਿਹੜਾ ਨਾ ਉਹਦੇ ਨਾਲ ਕਾਫੀ ਨਫ਼ਰਤ ਦੀ ਹੱਦ ਤੱਕ ਜਿਹੜਾ ਨਾ ਗਏ ਹੋਏ ਸੀਗੇ। ਜਦੋਂ ਇਹ ਸਿਚੁਏਸ਼ਨ ਸੀ, ਉਦੋਂ ਇਸ ਨਾਅਰੇ ਦੇ ਥੱਲੇ ਕਿ ਗੈਰ ਗਾਂਧੀ ਪਰਿਵਾਰ ਤੋਂ ਬਾਹਰ ਕੋਈ ਗੈਰ ਗਾਂਧੀ ਜਿਹੜਾ ਹੈ ਨਾ, ਉਹ ਹੀ ਪ੍ਰਧਾਨ ਹੋਣਾ ਚਾਹੀਦਾ, ਉਹਦੇ ਵਿੱਚ ਫਿਰ ਜਿਹੜਾ ਵਫਾਦਾਰ ਵੀ ਹੋਵੇ ਉਹਨੂੰ ਲੈ ਆਂਦਾ ਜਾਵੇ, ਤਾਂ ਫਿਰ ਉਹ ਗਹਿਲੋਤ ਸਾਹਿਬ ਦੀ ਜਿਹੜੀ ਚੋਣ ਕੀਤੀ ਗਈ। ਇੱਕ ਤਾਂ ਬੇਸਿਕ ਗੱਲ ਹੀ ਇਹ ਲੱਗਦੀ ਆ ਕਿ ਉਸ ਟਾਈਮ ਦੇ ਉੱਤੇ ਜਿਹੜਾ ਨਾ ਇਹਨਾਂ ਨੂੰ ਖਿਆਲ ਰੱਖਣਾ ਚਾਹੀਦਾ ਸੀ। ਤੀਜੀ ਗੱਲ, ਜਿਹੜਾ ਮਾਹੌਲ ਬਣਿਆ ਹੋਇਆ ਪੂਰੇ ਦੇਸ਼ ਦੇ ਵਿੱਚ, ਉਹ ਤੁਸੀਂ ਦੇਖੋਗੇ ਕਿ ਸਟੇਟਾਂ ਜਿੱਥੇ ਬੜੀਆਂ ਮਜ਼ਬੂਤ ਨੇ, ਉਹ ਕੇਂਦਰ ਦੇ ਖਿਲਾਫ ਖੜੇ ਹੋਣ ਦੇ ਸਮਰੱਥ ਹੋ ਗਈਆਂ, ਚਾਹੇ ਉਹ ਪੱਛਮੀ ਬੰਗਾਲ ਤੋਂ ਲੈ ਕੇ ਤਾਂ ਹੇਠਾਂ ਤਾਮਿਲਨਾਡੂ ਤੱਕ ਚਲੇ ਜਾਓ। ਜਿੱਥੇ ਵੀ ਸਟੇਟਾਂ ਜਿਹੜੇ ਕਬਜ਼ੇ 'ਚ ਨੇ, ਉਹ ਸਟੈਂਡ ਕਰਨ ਦੇ, ਉਹ ਆਪਣਾ ਸਟੈਂਡ ਲੈਣ ਦੇ ਸਮਰੱਥ ਹੋ ਗਿਆ ਆ। ਪਾਵਰ ਕਿੱਥੇ ਲਾਈ ਕਰਦੀ ਆ, ਇਹ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਨਾ ਇਹ ਵੀ ਸਾਬਤ ਹੋ ਗਿਆ। ਜੇ ਰਾਜਸਥਾਨ ਇੱਕ ਪਾਵਰਫੁਲ ਸਟੇਟ ਹੈ ਜਿਹੜੀ, ਉਹਨੂੰ ਇਸ ਤਰ੍ਹਾਂ ਪਾਵਰਫੁਲ ਰੱਖਿਆ ਜਾ ਸਕਦਾ ਸੀ ਗਹਿਲੋਤ ਦੀ ਅਗਵਾਈ ਦੇ ਵਿੱਚ, ਤਾਂ ਉਦੋਂ ਵੀ ਇਹਦਾ ਖਿਆਲ ਰੱਖਣਾ ਚਾਹੀਦਾ ਸੀਗਾ ਕਿ ਕੀ ਸਟੇਟ ਵੀਕ ਹੋਣ ਦਾ ਖਤਰਾ ਤਾਂ ਨਹੀਂ। ਹੁਣ ਇਹ ਗੱਲਾਂ ਕੀਤੀਆਂ ਜਾ ਰਹੀਆਂ ਜਾਂ ਇਹ ਡਿਸਕਸ਼ਨ ਦੇ ਵਿੱਚ ਆ ਰਹੀਆਂ ਆ ਕਿ ਹੁਣ ਜਿਹੜਾ ਰਾਜਸਥਾਨ ਸ਼ਾਇਦ ਇਹਨਾਂ ਦੇ ਹੱਥ 'ਚ ਨਾ ਰਵੇ। ਉਹ ਵੱਖਰੀ ਗੱਲ ਹੈਗੀ ਆ ਕਿ ਕੈਲਕੂਲੇਸ਼ਨ ਠੀਕ ਹੈ ਕਿ ਨਹੀਂ ਹੈ, ਲੇਕਿਨ ਇਹ ਇੱਕ ਭਾਵਨਾ ਦਾ ਪੈਦਾ ਹੋਣਾ ਜਿਹੜਾ, ਉਹ ਇੱਥੋਂ ਇਹਦਾ ਭਾਵਨਾ ਦਾ ਪੈਦਾ ਹੋਣ ਦਾ ਪਿਛੋਕੜ ਇਹ ਆ ਕਿ ਵੀ ਘਟਨਾ ਨੇ ਰਾਜਸਥਾਨ ਨੂੰ ਵੀ ਕਮਜ਼ੋਰ ਕੀਤਾ। ਦੂਜੇ ਪਾਸੇ ਇਹ ਕਿ ਜਿਹੜਾ ਭਾਰਤ ਜੋੜੋ ਦਾ ਇੱਕ ਇਮੇਜ ਬਣਿਆ ਹੋਇਆ ਸੀਗਾ, ਔਰ ਜਿਸ ਤਰ੍ਹਾਂ ਦਾ ਥੱਲੇ ਹੁੰਗਾਰਾ ਮਿਲ ਰਿਹਾ ਸੀਗਾ ਰਾਹੁਲ ਗਾਂਧੀ ਦੇ ਮਾਰਚ ਨੂੰ, ਉਹਦੇ ਵਿੱਚ ਇਹੋ ਜਿਹੀ ਘਟਨਾ ਜਿਹੜੀ ਵਾਪਰੀ ਆ, ਉਹਨੇ ਇਹ ਸਮਝ ਲਓ ਉਹਦੇ ਚਾਹਨਾ ਜੀ ਇਸ ਗੱਲ ਨੂੰ ਵੀ ਜਿਹੜੀ ਹੈ ਬਲ ਮਿਲਿਆ ਹੈਗਾ। ਜਿਹੜੀ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਜਾਂ ਜਿਹੜੇ ਕਾਂਗਰਸ ਦੇ ਵਿਰੋਧੀ ਕਹਿੰਦੇ ਸੀ ਕਿ ਕਾਂਗਰਸ ਨੂੰ ਭਾਰਤ ਜੋੜੋ ਦੀ ਥਾਂ ਤੇ ਕਾਂਗਰਸ ਜੋੜੋ ਯਾਤਰਾ ਕਰਨੀ ਚਾਹੀਦੀ ਹੈ, ਇਹ ਉਸ ਗੱਲ ਨੂੰ ਵੀ ਇਹਦੇ ਨਾਲ ਹਵਾ ਮਿਲੀ ਹੈ। ਬਿਲਕੁਲ ਹਵਾ ਨਹੀਂ ਮਿਲੀ, ਉਹ ਸਗੋਂ ਇਹ ਕਹਿਣ ਦੇ ਹੋਰ ਸ਼ਕਤੀਸ਼ਾਲੀ ਢੰਗ ਦੇ ਨਾਲ ਕਹਿਣ ਦੇ ਸਮਰੱਥ ਹੋ ਗਏ ਕਿ ਭਾਰਤ ਜੋੜੋ ਤੋਂ ਪਹਿਲਾਂ ਆਪਣੀ ਕਾਂਗਰਸ ਨੂੰ ਜੋੜ ਲਓ ਤਾਂ, ਹਨਾ। ਔਰ ਉਹ ਅੱਗੇ ਗੱਲਾਂ ਸੀਗੀਆਂ, ਅੱਗੇ ਉਹ ਏਦਾਂ ਸੀਗਾ ਕਿ ਜਿਸ ਤਰ੍ਹਾਂ ਕਿ ਫਰੇਜ਼ ਸੀਗੀ ਇੱਕ, ਹੁਣ ਉਹ ਇੱਕ ਸਾਬਤ ਹੋ ਗਿਆ ਕਿ ਇਹਨਾਂ ਦਾ ਜਿਹੜਾ ਆਰਗੇਨਾਈਜੇਸ਼ਨਲ ਢਾਂਚਾ ਹੈ ਕਾਂਗਰਸ ਦਾ, ਉਹ ਇਸ ਤਰ੍ਹਾਂ ਤੱਕ, ਇਸ ਹੱਦ ਤੱਕ ਵਿਗੜਿਆ ਹੋਇਆ ਕਿ ਇੱਕ ਬਹੁਤ ਹੀ ਸਿਰੇ ਦੀ ਅਨੁਸ਼ਾਸਨਹੀਨਤਾ ਸਾਬਤ ਕੀਤੀ ਆ ਕਾਂਗਰਸ ਦੇ ਜਿਹੜੇ ਉੱਥੋਂ ਦੇ ਵਿਧਾਇਕ ਸੀਗੇ। ਔਰ ਉਹਨਾਂ ਨੇ ਜਿਹੜਾ ਅਸਲ ਚ ਚਾਹਨਾ ਜੀ ਕਿਤੇ ਨਾ ਕਿਤੇ ਇਹ ਵੀ ਗੱਲ ਆ ਰਹੀ ਕਿ ਉੱਥੋਂ ਦੇ ਵਿਧਾਇਕ ਤੇ ਉੱਥੋਂ ਦੇ ਮੰਤਰੀ ਆਪਣੇ ਆਪ ਨੂੰ ਕਾਂਗਰਸ ਤੋਂ ਉੱਪਰ ਸਮਝਣ ਲੱਗ ਗਏ। ਬੇਸ਼ੱਕ ਗਹਿਲੋਤ ਹੋਣੀ ਜਿਹੜੀ ਹੈ ਇਹ ਬਾਰ-ਬਾਰ ਕਹਿੰਦੇ ਆ ਕਿ ਇਹਨਾਂ 'ਚ ਮੇਰਾ ਹੱਥ ਨਹੀਂ ਹੈ, ਪਰ ਇਹ ਗੱਲ ਬੜੀ ਸਪਸ਼ਟ ਹੈ ਕਿ ਉਹਨਾਂ ਦੇ ਹੱਥ ਤੋਂ ਬਿਨਾਂ ਇੰਨਾ ਕੁਝ ਵਾਪਰ ਨਹੀਂ ਸਕਦਾ। ਦੂਸਰਾ, ਉਹਨਾਂ ਨੇ ਇਸ ਵੇਲੇ ਖੜਗੇ ਹੋਣਾ ਤੋਂ ਮਾਫੀ ਮੰਗੀ ਇਸ ਗੱਲ ਲਈ ਜੋ ਕੁਝ ਉੱਥੇ ਵਾਪਰਿਆ ਹੈਗਾ। ਔਰ ਨਾਲ ਦੀ ਨਾਲ ਜਿਹੜੇ ਸਚਿਨ ਪਾਇਲਟ ਹੋਣੀ ਹੈ ਉਹ ਦਿੱਲੀ ਪਹੁੰਚ ਗਿਆ। ਇਹ ਸਾਰੀ ਸਥਿਤੀ ਉੱਥੇ ਨਵੀਂ ਹੈ, ਜਿਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ?
नहीं, ये बिल्कुल ਜਿਹੜਾ ਨਾ ਨਹੀਂ ਕੋਈ ਵੀ ਸਵੀਕਾਰ ਕਰੇਗਾ ਕਿ ਜੋ ਵੀ ਅਨੁਸ਼ਾਸਨਹੀਨਤਾ ਉੱਥੋਂ ਦੇ ਵਿਧਾਇਕਾਂ ਨੇ ਕੀਤੀ ਆ, ਜਿਹੜਾ ਉਹਨਾਂ ਦਾ ਹਾਈ ਕਮਾਂਡ ਦੇ ਭੇਜੇ ਹੋਏ 2 ਪ੍ਰਤੀਨਿਧਾਂ ਨੂੰ ਮਿਲਣ ਦੇ ਟਾਈਮ ਤੇ ਜਾਂ ਉਹਨਾਂ ਨੂੰ ਮਿਲਣ ਤੋਂ ਇੱਕ ਬਹੁਤ ਹੀ ਰਫ ਢੰਗ ਦੇ ਨਾਲ ਜਿਹਦਾ ਇਨਕਾਰ ਉਹਨਾਂ ਨੇ ਕੀਤਾ ਆ, ਉਹ ਗਹਿਲੋਤ ਦੀ ਸ਼ਾਬਾਸ਼ੇ ਤੋਂ ਬਿਨਾਂ ਨਹੀਂ ਹੋ ਸਕਦਾ ਸੀਗਾ। ਹੁਣ ਉਹਦਾ ਮਾਫੀਆਂ ਮੰਗ ਲੈਣਾ ਜਾਂ ਇਹ ਕਹਿਣਾ ਕਿ ਮੇਰਾ ਇਹਦੇ 'ਚ ਹੱਥ ਨਹੀਂ ਸੀ, ਇਹ ਗੱਲ ਕੋਈ ਸਵੀਕਾਰ ਨਹੀਂ ਕਰੇਗਾ ਔਰ ਇਹ ਤਾਂ ਉਹਨਾਂ ਦੇ ਸਿਰ ਲੱਗਣਾ ਹੀ ਲੱਗਣਾ ਤੇ ਨਾ ਉਹ ਕਰ ਹੀ ਸਕਦੇ ਸੀਗੇ। ਔਰ ਜੀ ਇਹ ਵੀ ਬੜੀ ਗੱਲ ਜਿਹੜੀ ਸਪਸ਼ਟ ਹੈਗੀ ਆ। ਔਰ ਉਹਦੇ ਨਾਲ ਹੋਇਆ ਕੀ ਆ ਕਿ ਇਹ ਜਿਹੜੀ ਚਲਾਕੀ ਜਿਹੀ ਖੇਡਣ ਦੀ ਕੋਸ਼ਿਸ਼ ਕੀਤੀ ਸੀ, ਉਹਦੇ ਪਿੱਛੇ ਇੱਕ ਵਿਚਾਰ ਚੱਲ ਰਿਹਾ ਹੈ। ਜਦੋਂ ਇਹ ਮਤਾ ਹੀ ਕਰ ਦਿੱਤਾ ਕਾਂਗਰਸ ਨੇ, ਜਦੋਂ ਰਾਹੁਲ ਗਾਂਧੀ ਨੇ ਵੀ ਕਹਿ ਦਿੱਤਾ ਕਿ ਇੱਕ ਵਿਅਕਤੀ ਇੱਕ ਅਹੁਦਾ, ਤੇ ਉਹਦੇ ਵਿੱਚ ਫਿਰ ਦੁਹਰਾ ਕੇ ਰੱਟ ਲਾਉਣੀ ਕਿ ਨਹੀਂ ਇਹ ਵੱਖਰਾ ਮਾਮਲਾ ਹੈ, 2 ਅਹੁਦੇ ਵੀ ਹੋ ਸਕਦੇ ਆ, ਮੈਂ 3 ਵੀ ਸੰਭਾਲ ਸਕਦਾ, ਹਨਾ। ਇਹ ਕਹਿਣਾ ਕਿ ਉਹ ਮੁੱਖ ਮੰਤਰੀ ਵੀ ਰਹਿਣਾ ਚਾਹੁੰਦਾ ਆ ਤੇ ਨਾਲ ਜਿਹੜਾ ਆ ਉਹ ਕਾਂਗਰਸ ਦਾ ਪ੍ਰਧਾਨ ਵੀ ਹੋਣਾ ਚਾਹੁੰਦਾ ਹੈ। ਔਰ ਇਹ ਬੜਾ ਸਵਾਲ, ਇਹ ਗੱਲ ਕਹੀ ਜਾ ਰਹੀ ਸੀ। ਇਸ ਜੀ ਕੰਟੈਕਸਟ ਦੇ ਵਿੱਚ ਕੌਣ ਇਸ ਗੱਲ ਨੂੰ ਸਵੀਕਾਰ ਕਰੇਗਾ ਕਿ ਵੀ ਗਹਿਲੋਤ ਸਾਹਿਬ ਦੀ ਸ਼ਾਬਾਸ਼ੇ ਤੋਂ ਬਿਨਾਂ ਇਹ ਘਟਨਾ ਵਾਪਰੀ ਹੈ ਜਿਹੜੀ ਰਾਜਸਥਾਨ 'ਚ ਹੋਈ ਆ। ਲੇਕਿਨ ਇਹਦਾ ਜਿਹੜਾ ਪ੍ਰਭਾਵ ਹੈਗਾ ਆ, ਉਹ ਕਾਂਗਰਸ ਦਾ ਜਿਹੜਾ ਥੱਲਿਓਂ ਉੱਠਣ ਦਾ ਇੱਕ ਐਕਸਰਸਾਈਜ਼ ਚੱਲ ਰਹੀ ਸੀਗੀ। ਹਾਲਾਂਕਿ ਇਹ ਬਹੁਤ ਦਿਨ ਚੱਲਣ ਵਾਲੀ ਲੱਗਦੀ ਨਹੀਂ ਹੈ ਔਰ ਮੋੜਾ ਪੈਣਾ ਸ਼ੁਰੂ ਹੋ ਵੀ ਗਿਆ ਲੱਗਦਾ ਆ। ਲੇਕਿਨ ਜਿਹੜਾ ਇਮੇਜ ਬਣਿਆ ਸੀ ਇੱਕਦਮ ਰਾਹੁਲ ਗਾਂਧੀ ਦੀ ਯਾਤਰਾ ਦੇ ਨਾਲ, ਉਹ ਇੱਕ ਲੀਡਰ ਦੇ ਤੌਰ ਤੇ ਉੱਭਰ ਰਿਹਾ ਸੀ ਕਾਂਗਰਸ ਦੇ। ਲੇਕਿਨ ਉਹ ਇੱਕ ਧੜਮ ਕਰਕੇ, ਜਿੱਦਾਂ ਪੰਜਾਬੀ ਦੀ ਕਹਾਵਤ ਹੈਗੀ ਨਾ ਕਿ ਖੀਰ ਖੂਰ ਵਧੀਆ ਬਣਾ ਕੇ ਵਿੱਚ ਜੀ ਚੁਟਕੀ ਸਵਾਹ ਦੀ ਪਾ ਦਿੱਤੀ, ਔਰ ਰਾਜਸਥਾਨ ਨੇ ਉਹੀ ਕੰਮ ਕੀਤਾ, ਬੇਸੁਆਦੀ ਕ੍ਰੀਏਟ ਕੀਤੀ। ਉਹ ਜਿਹੜਾ ਇੱਕ ਜਾਗਰਤੀ ਦੀ ਲਹਿਰ ਜਿਹੜੀ ਨਾ ਪੈਦਾ ਹੋ ਰਹੀ ਸੀਗੀ, ਜਿਹਦਾ ਆਗੂ ਉਹ ਉੱਭਰ ਰਿਹਾ ਸੀਗਾ। ਔਰ ਕਈ ਸਾਰੇ ਬੀਜੇਪੀ ਦੇ ਵੀ ਲੀਡਰ, RSS ਦੇ ਵੀ ਆਗੂਆਂ ਨੇ, ਔਰ ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਲਗਾਤਾਰ ਉਹਨਾਂ ਨੂੰ ਰਾਜ 'ਚ ਲਿਆਉਣ ਦੇ ਲਈ ਕਿੰਨੇ ਸਾਲ ਲੱਗੇ ਰਹੇ, ਉਹਨਾਂ ਦੀ ਬੋਲੀ ਬਦਲੀ ਹੋਈ ਆ ਰਾਹੁਲ ਗਾਂਧੀ ਪ੍ਰਤੀ, ਹਨਾ। ਜਾਣੀ ਬੀਜੇਪੀ ਦੇ ਆਪਣੇ ਅੰਦਰ ਵੀ ਉਹਦਾ ਪ੍ਰਭਾਵ ਗਿਆ, ਬਾਹਰ ਲੋਕਾਂ ਦੇ ਵੀ ਗਿਆ। ਲੇਕਿਨ ਰਾਜਸਥਾਨ ਨੇ ਕੀ ਕੀਤਾ? ਰਾਜਸਥਾਨ ਨੇ ਉਹ ਸਾਰਾ ਇੱਕਦਮ ਜਿਹੜਾ ਨਾ ਕ੍ਰੈਸ਼ ਕਰਤਾ। ਜੀ ਉਹਦਾ ਹੁਣ ਰਿਜ਼ਲਟ ਵੀ ਨਿਕਲੇਗਾ ਔਰ ਅਨੁਸ਼ਾਸਨਹੀਨਤਾ ਦੇ ਚਾਹੇ ਖਿਲਾਫ। ਹੁਣ ਤਾਂ ਇਹ ਹੈ ਕਿ ਹਾਈ ਕਮਾਂਡ ਜਿਸ ਤਰ੍ਹਾਂ ਦੀ ਗੱਲਾਂ ਸੁਣ ਚ ਆ ਰਹੀਆਂ, ਜਿਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ, ਜਿਸ ਤਰ੍ਹਾਂ ਦੀ ਗੱਲ ਸੂਤਰ ਕਹਿ ਰਹੇ ਆ ਕਿ ਇਸ ਵੇਲੇ ਹਾਈ ਕਮਾਂਡ ਇਹਨਾਂ ਦੇ ਖਿਲਾਫ ਸਖਤੀ ਕਰਨ ਦੇ ਮੂਡ 'ਚ ਹੈ ਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਨੁਸ਼ਾਸਨ ਪਾਰਟੀ ਦੇ ਅੰਦਰ ਰੱਖਣਾ ਤੇ ਜੇ ਇਹਨਾਂ ਖਿਲਾਫ ਕਾਰਵਾਈ ਸਖਤ ਨਾ ਕੀਤੀ ਗਈ ਤਾਂ ਇਹ ਹੋਰ ਵੀ ਥਾਵਾਂ ਤੇ ਬਿਮਾਰੀ ਜਿਹੜੀ ਹੈ ਫੈਲ ਸਕਦੀ ਹੈ। ਸੋ ਇੱਕ ਤਾਂ ਇਹ ਹੈ। ਦੂਸਰਾ ਉਹਦੇ ਨਾਲ ਚਾਹਨਾ ਜੀ ਇਹ ਵੀ ਹੋ ਗਿਆ ਕਿ ਜਿਹੜਾ ਪ੍ਰਧਾਨਗੀ ਦੀ ਚੋਣ ਹੈ, ਜਿਹਦੀਆਂ ਨਾਮਜ਼ਦਗੀਆਂ ਚੱਲ ਰਹੀਆਂ ਹੈਗੀਆਂ ਤੇ 30 ਸਤੰਬਰ ਤੱਕ ਡੇਟ ਹੈ ਨਾਮਜ਼ਦਗੀਆਂ ਦੀ, ਉਸ ਦੇ ਲਈ ਵੀ ਇੱਕ ਸੰਕਟ ਖੜਾ ਹੋਇਆ। ਔਰ ਹੁਣ ਨਵੇਂ ਹੋਰ ਵੀ ਨਾਂ ਜਿਹੜੇ ਆ ਰਹੇ ਆ ਸਾਹਮਣੇ, ਜਿਵੇਂ ਕਮਲਨਾਥ ਹੋਣਾ ਦਾ ਆ ਰਿਹਾ, ਪਵਨ ਬਾਂਸਲ ਹੋਣਾ ਦਾ ਆ ਰਿਹਾ ਕਿ ਪਵਨ ਬਾਂਸਲ ਹੋਣੀ ਵੀ ਅੱਜ ਉੱਥੋਂ ਆਪਣੇ ਕਾਗਜ਼ ਜਿਹੜੇ ਆ ਉਹ ਲੈ ਕੇ ਆਏ ਆ, ਜਿਹੜਾ ਉਹਨਾਂ ਦਾ ਚੋਣ ਅਧਿਕਾਰੀ ਹੈਗਾ ਮਿਸਤਰੀ, ਉਹਨਾਂ ਦੇ ਕੋਲੋਂ। ਔਰ ਬਕਾਇਦਾ ਸ਼ਸ਼ੀ ਥਰੂਰ ਨੇ ਤਾਂ ਅਨਾਉਂਸ ਹੀ ਕਰਤਾ ਹੈ ਕਿ ਉਹਨੂੰ ਬਹੁਤ ਸਾਰੇ ਦੇਸ਼ ਭਰ ਵਿੱਚੋਂ ਜਿਹੜੀ ਹੈ ਹਮਾਇਤ ਮਿਲ ਰਹੀ ਹੈ, ਲੋਕਾਂ ਦੇ ਨੂੰ ਫੋਨ ਆ ਰਿਹਾ ਹੈ ਤੇ ਉਹ 30 ਸਤੰਬਰ ਨੂੰ ਆਪਣਾ ਕਾਗਜ਼ ਭਰਨਗੇ। ਸੋ ਹੁਣ ਇੱਕ ਤਾਂ ਰਾਜਸਥਾਨ ਦਾ ਸੰਕਟ ਜਿਹਨੇ ਇਸ ਤਰ੍ਹਾਂ ਦਾ ਅਸਰ ਪਾਇਆ ਯਾਤਰਾ ਤੇ, ਦੂਸਰੇ ਪਾਸੇ ਜਿਹੜਾ ਪ੍ਰਧਾਨਗੀ ਦੇ ਲਈ ਵੀ ਇੱਕ ਨਵਾਂ ਸੰਕਟ ਖੜਾ ਹੋ ਗਿਆ ਕਿ ਕੌਣ ਹੋਏਗਾ ਪ੍ਰਧਾਨ ਕਾਂਗਰਸ ਦਾ। ਨਹੀਂ, ਇਹ ਠੀਕ ਹੈ। ਪਹਿਲਾਂ ਬੜੀ ਗੱਲ ਸਪਸ਼ਟ ਸੀ ਕਿ ਮੁਕਾਬਲਾ ਗਹਿਲੋਤ ਤੇ ਸ਼ਸ਼ੀ ਥਰੂਰ ਦੇ ਦਰਮਿਆਨ ਜਿਹੜਾ ਨਾ ਹੋਏਗਾ, ਔਰ ਉਹ ਵੀ ਲੱਗਦਾ ਸੀ ਕਿ ਬੜੇ ਆਰਾਮ ਦੇ ਨਾਲ, ਜਿਹੜਾ ਕਿਉਂਕਿ ਸ਼ਸ਼ੀ ਥਰੂਰ ਇੱਕ ਇੰਡੀਅਨ ਕਲਚਰ ਹੈ ਜਿਹੜਾ ਜਦੋਂ ਉਹਨੂੰ ਧਿਆਨ 'ਚ ਰੱਖਦੇ ਆ ਨਾ ਜੀ, ਔਰ ਜਿੱਦਾਂ ਉਹਨਾਂ ਦਾ ਸਾਰਾ ਹਿਸਾਬ ਕਿਤਾਬ ਹੈਗਾ ਤੇ ਜਿਨ੍ਹਾਂ ਨੂੰ ਉਹ ਰਿਪਰੈਜ਼ੈਂਟ ਕਰਦਾ, ਤੇ ਕੇਰਲਾ ਦੇ ਵਿੱਚੋਂ ਵੀ ਉਹਨੂੰ ਕੋਈ ਬਹੁਤ ਵੱਡਾ ਹੁੰਗਾਰਾ ਨਹੀਂ ਹੈ। ਉਹ ਇੱਕ ਸਿੰਬੋਲਿਕ ਜਿਹਾ ਲੱਗਦਾ ਸੀ ਕਿ ਮੁਕਾਬਲਾ ਤਾਂ ਹੋਏਗਾ ਲੇਕਿਨ ਜਿੱਤ ਜਾਣਾ ਹੈਗਾ ਗਹਿਲੋਤ। ਔਰ ਹੁਣ ਕੀ ਹੋਇਆ? ਹੁਣ ਇਹ ਹੈ ਕਿ ਇੱਕ ਤਾਂ ਉਹਨਾਂ ਨੇ ਆਪਣੀ ਜਿਨ੍ਹਾਂ ਦੇ ਆਸਰੇ ਜਿੱਤਣਾ ਸੀ ਔਰ ਜਿਨ੍ਹਾਂ ਦੇ ਹਮਾਇਤ ਦੇ ਨਾਲ ਜਿੱਤਣਾ ਸੀਗਾ, ਹਾਈ ਕਮਾਂਡ ਜਿਹੜੀ ਹੈ ਨਾ, ਉਹ ਅਸਲ ਦੇ ਵਿੱਚ ਆਫੀਸ਼ੀਅਲੀ ਹੀ ਉਹਨਾਂ ਦਾ ਪ੍ਰਤੀਨਿਧ ਸੀਗਾ ਜਿਹਨੇ ਪ੍ਰਧਾਨਗੀ ਦੀ ਚੋਣ ਲੜਨੀ ਸੀ। ਹੁਣ ਇੱਕ ਤੇ ਉਹ ਭਰੋਸਾ ਗਵਾ ਲਿਆ, ਦੂਸਰਾ ਇਹ ਆ ਕਿ ਉਲਟਾ ਇਹ ਹੋ ਰਿਹਾ ਕਿ ਇਹ ਅਨੁਸ਼ਾਸਨੀ ਕਾਰਵਾਈ ਕਿਹੋ ਜਿਹੀ ਹੋਏਗੀ। ਔਰ ਇਹ ਬਿਲਕੁਲ ਸਪਸ਼ਟ ਨਜ਼ਰ ਆਉਂਦਾ
ਕਿ ਪ੍ਰਧਾਨਗੀ ਦੀ ਰੇਸ ਦੇ ਵਿੱਚੋਂ ਜਿਹੜਾ ਉਹ ਬਾਹਰ ਹੋ ਗਹਿਲੋਤ ਗਏ। ਸਾਹਿਬ ਬਾਹਰ ਹੋ ਗਏ ਆ, ਉਹ ਬਾਹਰ ਹੋ ਗਏ ਆ ਤੇ ਨਵਾਂ ਕੈਂਡੀਡੇਟ ਹੈ ਜਿਹੜਾ ਭਰੋਸੇਯੋਗ ਹੋਵੇ ਹਾਈ ਕਮਾਂਡ ਦਾ, ਉਹ ਲੱਭਣ ਦਾ ਇੱਕ ਕੁਆਇਦ ਸ਼ੁਰੂ ਹੋ ਰਹੀ ਆ। ਔਰ ਉਹਦੇ ਵਿੱਚ ਆ ਜਿਹੜੇ ਜਿੰਨੇ ਤੁਸੀਂ ਨਾਂ ਲਏ ਨੇ, ਕਮਲਨਾਥ ਦਾ ਵੀ, ਦਿਗਵਿਜੇ ਸਿੰਘ ਦਾ ਵੀ, ਔਰ ਵੇਣੂ ਗੋਪਾਲ, ਹਨਾ, ਇਸ ਤਰ੍ਹਾਂ ਦੇ ਨਾਂ, ਜਿਹਦੇ ਚ ਪਵਨ ਬਾਂਸਲ ਦਾ ਪਵਨ ਵੀ ਹੈਗਾ। ਬਾਂਸਲ ਲੇਕਿਨ ਉਹਨਾਂ ਦਾ ਵੀ ਨਾਂ ਆ ਰਿਹਾ ਹੁਣ ਜੀ। ਹੁਣ ਜਿਹੜੀ ਸਿਚੁਏਸ਼ਨ ਕ੍ਰੀਏਟ ਹੋ ਰਹੀ, ਜਦੋਂ ਇਹ ਬੈਲੈਂਸ ਆਫ ਫੋਰਸਸ ਦੇਖਦੇ ਆ ਤੇ ਰਿਪਰੈਜ਼ੈਂਟੇਸ਼ਨ ਦੇਖਦੇ ਆ ਏਰੀਏ ਦੇ ਹਿਸਾਬ ਦੇ ਨਾਲ, ਤੇ ਲੱਗਦਾ ਇਹ ਆ ਕਿ ਅਸਲ ਦੇ ਵਿੱਚ ਪਵਨ ਬਾਂਸਲ ਨੂੰ ਤਿਆਰ ਕੀਤਾ ਗਿਆ ਹੈਗਾ ਤਾਂ ਕਿ ਉਹਦੇ ਉੱਤੇ ਦੂਸਰੇ ਬਾਕੀ ਦੇ ਸਾਰੇ ਜਿਹੜੇ ਨਾ ਉਹ ਸਹਿਮਤ ਹੋ ਜਾਣ। ਔਰ ਜਿਸ ਤਰ੍ਹਾਂ ਇਹਨਾਂ ਦੀ ਪੁਰਾਣੀ ਹਿਸਟਰੀ ਦੇਖਦੇ ਆ, ਕਮਲਨਾਥ ਦੀ ਵੀ, ਦਿਗਵਿਜੇ ਸਿੰਘ ਦੀ ਵੀ, ਕੇਸੀ, ਔਰ ਇਹ ਭਾਵੇਂ ਨਾਂ ਲਏ ਜਾ ਰਹੇ ਆ ਸਾਰਿਆਂ ਦੇ, ਪਰ ਲੱਗਦਾ ਇਹ ਆ ਕਿ ਜ਼ਿਆਦਾ ਭਰੋਸਾ ਜਿਹੜਾ ਹਾਈ ਕਮਾਂਡ ਦਾ ਉਹ ਪਵਨ ਬਾਂਸਲ ਦੇ ਵਿੱਚ ਹੈਗਾ। ਔਰ ਜੀ ਜੀ ਉਹਨਾਂ ਨੂੰ ਸ਼ਾਇਦ ਇਹ ਤਿਆਰ ਕੀਤਾ ਗਿਆ ਹੈ ਕਿ ਉਹ ਫਾਰਮ ਲੈ ਕੇ ਆਪਣਾ ਭਰਨ, ਫਿਰ ਉਹਦੇ ਤੇ ਕਵਾਇਦ ਹੋਏਗੀ ਕਿ ਉਹਨਾਂ ਦੇ ਪਿੱਛੇ ਲਾਮਬੰਦੀ ਕਿਸ ਤਰ੍ਹਾਂ ਕਰਨੀ ਆ, ਉਹ ਸੈਕੰਡਰੀ ਹੈ, ਹਨਾ। ਤੋ ਇਸ ਕਰਕੇ ਜਿਹੜਾ ਇਹ ਨਵਾਂ ਸੰਕਟ ਪ੍ਰਧਾਨਗੀ ਦਾ ਸ਼ੁਰੂ ਹੋਇਆ ਆ, ਉਹ ਕਿ ਕਿਸ ਨੂੰ ਬਣਾਇਆ ਜਾਵੇ। ਉਂਝ ਤੇ ਅੰਦਰ ਖਾਤੇ ਇਹ ਪਹਿਲਾਂ ਵੀ ਚੱਲਦਾ ਹੀ ਹੋਏਗਾ ਕਿ ਜੇ ਇਹ ਗਹਿਲੋਤ ਨਹੀਂ ਮੰਨਦੇ ਜਾਂ ਉਹ ਅੜੀ ਜਾਂਦੇ ਕਿ ਨਹੀਂ ਮੈਂ ਤਾਂ ਮੁੱਖ ਮੰਤਰੀ ਹੀ ਰਹਿਣਾ ਆ, ਤਾਂ ਫਿਰ ਸੈਕੰਡ ਕੌਣ ਹੋਏਗਾ ਜਾਂ ਥਰਡ ਕੌਣ ਹੋਏਗਾ, ਇਹ ਲਿਸਟਿੰਗ ਤਾਂ ਪਹਿਲਾਂ ਹੋਈ ਹੋਣੀ ਆ। ਔਰ ਜੀ ਇਹ ਨਹੀਂ ਹੈ ਕਿ ਵੀ ਵਿਚਾਰ 'ਚ ਨਹੀਂ ਆਇਆ ਹੋਏਗਾ ਕੁਝ ਵੀ, ਕਿਉਂਕਿ ਆਨਾਕਾਨੀ ਤਾਂ ਚੱਲ ਹੀ ਰਹੀ ਸੀ। ਜਦੋਂ ਜੀ ਆਨਾਕਾਨੀ ਜੀ ਚੱਲ ਰਹੀ ਸੀ ਤਾਂ ਫਿਰ ਸੈਕੰਡ ਲਾਈਨ ਦੇ ਵਿੱਚ ਕੋਈ ਨਾ ਕੋਈ ਹੋਣਾ ਚਾਹੀਦਾ। ਔਰ ਇਹ ਪੋਲੀਟੀਕਲ ਪਾਰਟੀਆਂ, ਦੂਸਰਾ ਇਹ ਹੈ ਜੰਡੂ ਸਾਹਿਬ ਕਿ ਗਣਤੰਤਰ ਦੇ ਵਿੱਚ ਪੋਲੀਟੀਕਲ ਪਾਰਟੀ ਦੀ ਜਿਹੜੀ ਵਿਚਾਰਧਾਰਾ ਤੋਂ ਵੀ ਪਹਿਲਾਂ ਉਹਦੀ ਕਾਮਯਾਬੀ ਦੇ ਲਈ ਪਾਰਟੀ ਦਾ ਡਿਸਪਲਿਨ ਹੁੰਦਾ ਹੈ। ਜੀ ਔਰ ਜੇ ਉਹ ਡਿਸਪਲਿਨ ਨਾ ਹੋਵੇ ਤਾਂ ਫਿਰ ਉਹਦਾ ਇੱਕ ਡੈਮੋਕ੍ਰੈਟਿਕ ਢਾਂਚਾ ਵੀ ਜਿਹੜਾ ਨਾ ਉਹ ਨਹੀਂ ਰਹਿ ਸਕਦਾ, ਤੇ ਉਹ ਡੈਮੋਕ੍ਰੇਸੀ ਦੇ ਵਿੱਚ ਕੰਮ ਕਰਨ ਦੇ ਸਮਰੱਥ ਵੀ ਨਹੀਂ ਰਹਿੰਦੀ ਹੈ। ਔਰ ਇਸ ਤਰ੍ਹਾਂ ਸਾਡੇ ਦੇਸ਼ ਦਾ ਹਾਲ ਕੀ ਆ? ਸਾਡੇ ਦੇਸ਼ ਦਾ ਹਾਲ ਆ ਕਿ ਅਸੀਂ ਇੱਕ ਡੈਮੋਕ੍ਰੈਟਿਕ ਦੇਸ਼ ਹੈਗਾ। ਜਦੋਂ ਅਸੀਂ ਡੈਮੋਕ੍ਰੈਟਿਕ ਦੇਸ਼ ਹੋਏ ਸੀ, ਉਦੋਂ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਉਹ ਇੱਕ ਬਹੁਤ ਲੰਬੇ ਫਿਊਡਲ ਕਿਸਮ ਦੇ ਦੌਰ ਦੇ ਵਿੱਚੋਂ ਲੰਘ ਕੇ ਆਈ ਹੋਈ ਸੀਗੀ। ਔਰ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਡੈਮੋਕ੍ਰੇਸੀ ਨੇ ਉਹਨਾਂ ਘਰ ਨਹੀਂ ਕੀਤਾ ਹੋਇਆ ਸੀਗਾ ਜਿੰਨਾ ਮਤਲਬ ਅਸੀਂ ਉਹਨੂੰ, ਇਸ ਕਰਕੇ ਕੀ ਸੀ, ਉਹਨਾਂ ਨੂੰ ਕਮਾਂਡ ਕਰਨ ਦੇ ਲਈ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਸੀਗੀਆਂ ਉਹ ਵੀ ਥੋਰੋਲੀ ਸੈਂਟਰਲਾਈਜ਼ਡ ਸੀਗੀਆਂ, ਔਰ ਉਹ ਹਨਾ ਸੈਂਟਰਲਾਈਜ਼ਡ ਹੀ ਚਲੀਆਂ। ਹੁਣ ਹੋਇਆ ਕੀ ਇੰਨੇ ਸਾਲਾਂ ਦੇ ਵਿੱਚ, ਇੰਨੇ ਦਹਾਕਿਆਂ ਦੇ ਵਿੱਚ ਹੋਇਆ ਕੀ ਆ ਕਿ ਪਾਰਟੀਆਂ ਤਾਂ ਉਸੇ ਤਰ੍ਹਾਂ ਸੈਂਟਰਲਾਈਜ਼ਡ ਹੀ ਚੱਲ ਰਹੀਆਂ, ਲੇਕਿਨ ਲੋਕਾਂ ਦਾ ਜਿਹੜਾ ਲੋਕ ਚੇਤਨਾ ਹੈਗੀ ਆ ਉਹ ਬੜੀ ਤੇਜ਼ੀ ਦੇ ਨਾਲ ਡੈਮੋਕ੍ਰੈਟਿਕ ਜਿਹੜਾ ਨਾ ਆਪਣੀ ਭਾਵਨਾ ਨੂੰ ਪਕੜ ਚੁੱਕੀ ਹੈ। ਜੀ ਔਰ ਜੀ ਜਿਸ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ ਔਰ ਉਸ ਦੇਸ਼ ਦੇ ਵਿੱਚ ਜਿਹੜੀ ਪਾਰਟੀ ਦੀ ਡੈਮੋਕ੍ਰੈਟਿਕ ਢੰਗ ਦੀ ਜੇ ਪਾਰਟੀ ਨਹੀਂ ਹੈ ਤਾਂ ਉਸ ਡੈਮੋਕ੍ਰੇਸੀ ਨੂੰ ਉਹ ਚਲਾ ਨਹੀਂ ਸਕਦੀ। ਜਾਣੀ ਪਾਰਟੀ ਹੋਵੇ ਆਟੋਕ੍ਰੈਟਿਕ, ਪ੍ਰਧਾਨ ਦੇ ਖੰਭਾਂ ਦੇ ਹੇਠਾਂ ਚੱਲਣ ਵਾਲੀ, ਤੇ ਲੋਕਾਂ ਦਾ ਜਿਹੜਾ ਸਿਸਟਮ ਹੋ ਗਿਆ ਹੋਵੇ ਡੈਮੋਕ੍ਰੈਟਿਕ, ਇਹ ਦੋਵੇਂ ਗੱਲਾਂ ਆਪਸ ਵਿੱਚ ਹੀ ਕੰਟਰਾਡਿਕਟਰੀ ਨੇ। ਔਰ ਜੀ ਮੈਂ ਹੁਣ ਇਹ ਕਹਿਣਾ ਕਿ ਜਿਹੜਾ ਸੰਕਟ ਇਹ ਖੜਾ ਹੋਇਆ, ਜੇ ਇਹ ਪਾਰਟੀ ਦੇ ਅੰਦਰ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਹੁੰਦਾ ਹੈਗਾ, ਤੇ ਜਿੱਦਾਂ ਉਹ ਕਹਿੰਦੇ ਜੀ 92 ਵਿਧਾਇਕ ਇੱਕ ਪਾਸੇ ਆ, ਬੜੀ ਸਿੰਪਲੀ ਇਹ ਕਿਹਾ ਜਾ ਸਕਦਾ ਸੀਗਾ ਕਿ ਜਿੱਧਰ ਜ਼ਿਆਦਾ ਹੋਣਗੇ ਉਹ ਚੁਣ ਲੈਣ ਆਪਣੇ ਮੁੱਖ ਮੰਤਰੀ ਨੂੰ, ਹਨਾ, ਜੀ ਜੀ ਉਹ ਆਪਣੇ, ਹਨਾ, ਇੱਕ ਡੈਮੋਕ੍ਰੈਟਿਕ ਜੇ ਪ੍ਰੋਸੈਸ ਨੂੰ ਦੇਖਿਆ ਜਾਏ ਫਿਰ ਤਾਂ ਇਹੀ ਬਣਦਾ ਸੀਗਾ। ਪਰ ਨਹੀਂ, ਕਿਉਂਕਿ ਇੱਕ ਸੈਂਟਰਲਾਈਜ਼ਡ ਸਿਸਟਮ ਹੈਗਾ ਆ, ਉਹਦੇ ਵਿੱਚ ਸੈਂਟਰ ਦੇ ਨਾਲ ਜਾਂ ਹਾਈ ਕਮਾਂਡ ਦੇ ਨਾਲ ਵਫਾਦਾਰੀ ਵੀ ਬੜੀ ਮਹੱਤਵਪੂਰਨ ਬਣੀ ਹੋਈ ਹੈ ਸਾਡੇ ਦੇਸ਼ ਦੇ ਵਿੱਚ, ਉਹ ਹੈ ਹਰ ਪਾਰਟੀ ਦੇ ਅੰਦਰ ਹੀ ਬਣੀ ਹੋਈ ਹੈ। ਔਰ ਇਸ ਕਰਕੇ ਜਿਹਦੇ ਹੱਥ ਦੇ ਵਿੱਚ ਪ੍ਰਧਾਨਗੀ ਜਾਂ ਜਿਹੜਾ ਉਹਨਾਂ ਦਾ ਨੇਤਾ ਹੈਗਾ, ਸੋ ਇਸ ਕਰਕੇ ਇਹ ਸੰਕਟ ਦੇ ਵਿੱਚ ਇਸ ਗੱਲ ਦਾ ਵੀ ਰੋਲ ਹੈਗਾ ਕਿ ਪਾਰਟੀਆਂ ਜਿਹੜੀਆਂ ਸਾਡੀਆਂ ਉਹ ਇੰਨੀਆਂ ਸੈਂਟਰਲਾਈਜ਼ਡ ਨੇ, ਇੰਨੇ ਜਿਹੜੇ ਆ ਪਾਵਰ ਉਹ ਜਿਹੜੇ ਪ੍ਰਧਾਨ ਦੇ ਹੱਥ ਵਿੱਚ ਹੁੰਦੀ ਆ, ਫਿਰ ਉਹੀ ਚਲਾਉਂਦਾ ਹੈ ਸਾਰਾ ਕੁਝ। ਇਸ ਜੀ ਕਰਕੇ ਉਹਦੇ ਨਾਲ ਵਫਾਦਾਰੀ ਜਿਹੜੀ ਨਾ ਉਹਦਾ ਬੜਾ ਮਹੱਤਵ ਹੋ ਜਾਂਦਾ ਆ ਕਿ ਵਫਾਦਾਰ ਹੈ ਕਿ ਨਹੀਂ ਹੈ। ਜਿਹੜਾ ਨਹੀਂ ਹੈ, ਸ਼ੱਕ ਆ ਜਿਹਦੇ ਵਿੱਚ, ਫਿਰ ਇਹ ਜਦੋਂ ਇਦਾਂ ਦਾ ਡੈਮੋਕ੍ਰੈਟਿਕ ਪ੍ਰਬੰਧ ਹੋਵੇ ਉਹਦੇ 'ਚ ਫਿਰ ਥੋੜਾ ਜਿਹਾ ਛੋਟਾ ਜਿਹਾ ਜਿਹੜੇ ਆ ਨਾ ਸ਼ੰਕਾ ਹੈਗਾ ਉਹ ਵੀ ਵੱਡਾ ਕਰਕੇ ਨਜ਼ਰ ਆਉਂਦਾ ਹੈ ਕਿ ਅੱਜ ਇਹ ਥੋੜਾ ਜਿਹਾ ਪਰਾਂ ਹੋਇਆ, ਕੱਲ ਨੂੰ ਇਹ ਜ਼ਿਆਦਾ ਪਰਾਂ ਹੋਊਗਾ, ਇਸ ਨੂੰ ਹੁਣ ਪਰਾਂ ਹੀ ਕਰ ਦਿਓ। ਸੋ ਇਸ ਜੀ ਕਰਕੇ ਇਹਦੇ ਵਿੱਚ ਜਿਹੜਾ ਨਾ
ਹੁਣ ਜਦੋਂ ਇਹ ਚੁਣਿਆ ਕੋਈ ਨਵਾਂ ਪ੍ਰਧਾਨ ਬਣੇਗਾ, ਇਹਦੀ ਬੜੀ ਐਕਸਰਸਾਈਜ਼ ਹੋਏਗੀ। ਤੀਸਰਾ ਇਹ ਆ ਕਿ ਡਿਸਪਲਿਨ ਜਿਹੜਾ ਉਸ ਦੇ ਉੱਤੇ ਮੇਰਾ ਖਿਆਲ ਹੈ ਕਿ ਬਹੁਤ ਸੀਰੀਅਸ ਹੋ ਗਿਆ ਕੰਮ। ਅੱਜ ਤੁਸੀਂ ਦੇਖਿਆ ਹੋਣਾ ਕਿ ਏ.ਕੇ. ਐਂਟਨੀ ਨੂੰ ਵੀ ਬੁਲਾ ਲਿਆ ਦਿੱਲੀ, ਉਹ ਮੇਰੇ ਖਿਆਲ ਪਹੁੰਚਣ ਵਾਲੇ ਆ ਹਨਾ ਦਿੱਲੀ। ਹਾਂਜੀ ਹਾਂਜੀ ਹਾਂਜੀ, ਜਿਹੜੇ ਪੁਰਾਣੇ ਪਤਾ ਨਹੀਂ ਸੀਨੀਅਰ ਲੀਡਰ ਉਹਨਾਂ ਸਾਰਿਆਂ ਨੂੰ ਬੁਲਾ ਲਿਆ। ਹਾਂ, ਪਤਾ ਨਹੀਂ ਜਦੋਂ ਆਪਣਾ ਇਹ ਪ੍ਰੋਗਰਾਮ ਜਾਏਗਾ ਉਦੋਂ ਤੱਕ ਕੁਝ ਹੋ ਵੀ ਜਾਣਾ ਹੈ, ਉਦੋਂ ਤਾਈਂ ਹਨਾ, ਕਿਉਂਕਿ ਉਹ ਡਿਸਪਲਿਨਰੀ ਕਮੇਟੀ ਜਾਂ ਡਿਸਪਲਿਨਰੀ ਕੋਈ ਐਕਸ਼ਨ ਲੈਣ ਦੀ ਸਕੀਮ 'ਚ ਨੇ, ਤੇ ਤਾਂ ਉਹਨੂੰ ਬੁਲਾਇਆ ਗਿਆ। ਔਰ ਉਹਨੇ ਅਜੇ ਸੋਨੀਆ ਗਾਂਧੀ ਅੱਜ ਦੇ ਹੁਣ ਤੱਕ ਦੀ ਗੱਲ, ਜਦੋਂ ਤੱਕ ਆਪਾਂ ਗੱਲ ਕਰ ਰਹੇ ਹਾਂ, ਅਜੇ ਉਹਦੀ ਮੀਟਿੰਗ ਨਹੀਂ ਹੋਈ, ਅਜੇ ਉਹ ਮੇਰਾ ਖਿਆਲ ਹੈ ਕਿ ਪਹੁੰਚਿਆ ਹੀ ਹੋਣਾ ਦਿੱਲੀ ਹਨਾ। ਦੂਜੇ ਪਾਸੇ ਰਿਪੋਰਟ ਉਹਨਾਂ ਕੋਲ ਪਹੁੰਚ ਚੁੱਕੀ ਹੈ। ਤੀਸਰਾ ਇਹ ਆ, ਇਹ ਪਬਲਿਕਲੀ ਇੱਕ ਡਿਮਾਂਡ ਉੱਠਣੀ ਸ਼ੁਰੂ ਹੋ ਗਈ ਕਿ ਕਿਵੇਂ ਸਰਵਾਈਵ ਕਰੇਗੀ ਕਾਂਗਰਸ ਜੇ ਡਿਸਪਲਿਨ ਦਾ ਹਾਲ ਇਹੀ ਰਿਹਾ ਹਨਾ। ਇਹਦਾ ਮਤਲਬ ਕੀ ਆ ਕਿ ਪਿਛਲੇ ਇੰਨੇ ਲੰਬੇ ਪ੍ਰੋਸੈਸ ਦਾ ਇਹ ਨਤੀਜਾ ਨਿਕਲਣਾ ਹੀ ਸੀ ਕਿ ਜਿਹੜਾ ਮਰਜੀ ਜੋ ਮਰਜੀ ਕਰੀ ਜਾਵੇ, ਕਿਉਂਕਿ ਸੈਂਟਰ ਦੇ ਵਿੱਚ ਤਾਂ ਉਹਨਾਂ ਦਾ ਪ੍ਰਧਾਨ ਵੀ ਹੈ ਨਹੀਂ ਜਿਹੜਾ ਉਹਨਾਂ ਨੂੰ ਜਿਹੜਾ ਆਪਣੀ ਕਮਾਂਡ ਦੇ ਵਿੱਚ ਰੱਖੇ। ਸੋ ਉਹ ਜਿਹੜਾ ਓਨਾ ਹੀ ਜ਼ਬਰਦਸਤ ਜਿਹੜੇ ਵਿਚਾਰਧਾਰਾ ਹੁਣ ਥੋੜਾ ਬਹੁਤ ਇਹਨਾਂ ਨੇ ਲੈ ਕੇ ਜਾਣਾ ਸ਼ੁਰੂ ਕੀਤਾ ਕਿ ਅਸੀਂ ਇਹ ਚਾਹੁੰਦੇ ਆ, ਗਰੀਬਾਂ ਦਾ ਅਮੀਰਾਂ ਦਾ ਕਿਹੜਾ ਇੰਡੀਆ, ਅਸੀਂ ਕਿੱਧਰਲੇ ਪਾਸੇ ਆ, ਇਹ ਗੱਲਾਂ ਜਾਣੀਆਂ ਓਪਨਲੀ ਹੋਣੀਆਂ ਸ਼ੁਰੂ ਹੋਈਆਂ। ਲੇਕਿਨ ਡਿਸਪਲਿਨ ਦੇ ਪੱਖ ਦੇ ਉੱਤੋਂ ਕਿ ਉਹਨੂੰ ਇੰਪਲੀਮੈਂਟ ਕੌਣ ਕਰੇਗਾ, ਉਹਦੇ ਲਈ ਇੱਕ ਡਿਸਪਲਿਨਡ ਪਾਰਟੀ ਹੁੰਦੀ ਹੈ ਔਰ ਉਹ ਜਥੇਬੰਦੀ ਹੁੰਦੀ ਆ ਜਿਹੜੀ ਵਿਚਾਰਧਾਰਾ ਨੂੰ ਲਾਗੂ ਕਰਦੀ ਹੈ, ਜਿਹੜੀ ਵਿਚਾਰਧਾਰਾ ਦੇ ਉੱਤੇ ਸਟੈਂਡ ਕਰਕੇ ਉਹਨੂੰ ਇੰਪਲੀਮੈਂਟ ਕਰਦੀ, ਲੋਕਾਂ ਨੂੰ ਉਹਦੇ ਪਿੱਛੇ ਲਾਮਬੰਦ ਕਰਦੀ ਹੈ ਹਨਾ। ਉਹ ਕਿੱਥੇ ਹੈ ਜਥੇਬੰਦੀ? ਉਹਨੇ ਹੁਣ ਰਾਜਸਥਾਨ ਜਿਹੜਾ ਨਾ ਸਾਰਾ ਹੀ ਵਿਆਜ ਨੰਗਾ ਕਰ ਦਿੱਤਾ। ਉਹਦੇ ਵਿੱਚ ਆ ਨਾ ਜੀ ਇਹ ਹੈਗਾ ਕਿ ਰਾਹੁਲ ਗਾਂਧੀ ਹੋਣੀ ਜਿਹੜੀ ਕਾਂਗਰਸ ਦੀ ਪੁਨਰ ਸਰਜੀਤੀ ਦੇ ਲਈ ਯਾਤਰਾ ਕਰ ਰਿਹਾ, ਭਾਰਤ ਜੋੜੋ ਯਾਤਰਾ, ਉਹਦੇ ਵਿੱਚ ਜਿਹੜੀ ਉਹਨਾਂ ਦੇ ਨਾਲ ਟੀਮ ਚੱਲ ਰਹੀ ਹੈ ਉਹ ਸਾਰੀ ਬਹੁਤੇ ਉਹਨਾਂ 'ਚ ਮੈਜੋਰਟੀ ਜਿਹੜੀ ਹੈ, ਬਹੁ ਗਿਣਤੀ ਜਿਹੜੀ ਹੈ ਉਹ ਨੌਜਵਾਨਾਂ ਦੀ ਹੈ। ਔਰ ਉਹਨਾਂ ਨੌਜਵਾਨਾਂ 'ਚ ਕੋਈ ਐਮਐਲਏ, ਕੋਈ ਐਮਪੀ, ਕੋਈ ਮੰਤਰੀ ਨਹੀਂ ਹੈ। ਸੋ ਇਸ ਕਰਕੇ ਲੱਗਦਾ ਕਿਤੇ ਨਾ ਕਿਤੇ ਕਿ ਜਿਹੜਾ ਰਾਹੁਲ ਗਾਂਧੀ ਦੇ ਮਨ 'ਚ ਵਿਚਾਰ ਹੈ ਜਾਂ ਵਿਜ਼ਨ ਹੈ ਕਿ ਉਹ ਵਿਚਾਰਧਾਰਕ ਤੌਰ ਤੇ, ਸੰਗਠਨਾਤਮਕ ਤੌਰ ਤੇ ਦੋਨਾਂ ਫਰੰਟਾਂ ਦੇ ਉੱਤੇ ਹੀ ਉਹ ਪਾਰਟੀ ਨੂੰ ਮੁੜ ਉਸਾਰਨ ਦੇ ਯਤਨਾਂ ਵਿੱਚ ਹੈ, ਜਿਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਪੁਰਾਣੇ ਲੀਡਰ ਹੈਗੇ ਆ ਉਹ ਕਿਤੇ ਨਾ ਕਿਤੇ ਉਹਨੂੰ ਲੱਗਦਾ ਹੈ ਕਿ ਅੜਿੱਕਾ ਡਾ ਰਿਹਾ ਤੇ ਉਹਨੇ ਵੱਲੋਂ ਜਿਹੜੀ ਲੀਡਰਸ਼ਿਪ ਨੂੰ ਪੈਦਾ ਕੀਤਾ ਜਾ ਰਿਹਾ, ਉਸ ਲੀਡਰ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ, ਚਾਹੇ ਉਹ ਸਚਿਨ ਪਾਇਲਟ ਸੀ, ਚਾਹੇ ਹੋਰ ਸੀਗੇ, ਜਿਵੇਂ ਜਤਨ ਪ੍ਰਸਾਦ ਉੱਥੇ ਚਲੇ ਗਏ ਯੂਪੀ 'ਚ, ਇਸ ਤਰ੍ਹਾਂ ਹੀ ਸਿੰਧੀਆ ਚਲੇ ਗਏ ਮੱਧ ਪ੍ਰਦੇਸ਼ 'ਚ, ਇਸ ਤਰ੍ਹਾਂ ਹੀ ਮਲਿੰਦ ਜਿਹੜਾ ਸੀਗੇ ਉੱਥੋਂ ਵਾਲੇ ਬੰਬੇ ਵਾਲੇ ਉਹ ਚਲੇ ਗਏ। ਸੋ ਇਸ ਕਰਕੇ ਉਹ ਸਾਰੀ ਸਥਿਤੀ ਦੇ ਵਿੱਚ ਲੱਗਦਾ ਇਹ ਹੈ ਕਿ ਕਾਂਗਰਸ ਇਹ ਸਾਰੇ ਸੰਕਟਾਂ 'ਚ ਜੇ ਇੱਧਰ ਅਨੁਸ਼ਾਸਨੀ ਕਾਰਵਾਈ ਸਖਤ ਹੁੰਦੀ ਹੈ ਤੇ ਭਾਰਤ ਜੋੜੋ ਯਾਤਰਾ ਨਵੇਂ ਸਿਰੇ ਤੋਂ ਜਿਸ ਤਰ੍ਹਾਂ ਦਾ ਇੱਕ ਉਹਦੇ ਪ੍ਰਭਾਵ ਨੂੰ ਠੱਲਣ ਦਾ ਯਤਨ ਕੀਤਾ ਗਿਆ ਹੈ ਤਾਂ ਉਹ ਆਪਣਾ ਪ੍ਰਭਾਵ ਲੈ ਕੇ ਅੱਗੇ ਵੱਧਦੀ ਜਾਂਦੀ ਹੈ, ਕਿਉਂਕਿ ਅਜੇ 20 ਦਿਨ ਹੀ ਹੋਏ ਆ ਤੇ 130 ਦਿਨ ਹੋਰ ਉਹਨਾਂ ਨੇ ਚੱਲਣਾ, ਤਾਂ ਫਿਰ ਲੱਗਦਾ ਹੈ ਕਿ ਦੇਸ਼ ਦੇ ਅੰਦਰ ਇੱਕ ਨਵੀਂ ਸਥਿਤੀ ਪੈਦਾ ਹੋਏਗੀ ਤੇ ਨਵੀਂ ਕਾਂਗਰਸ ਸਾਨੂੰ ਦੇਖਣ ਨੂੰ ਵੀ ਮਿਲੇਗੀ। ਦੇਖੋ ਰਾਜਨੀਤੀ ਦੇ ਵਿੱਚ ਨਾ ਕੁਝ ਵੀ ਸਿੱਧਾ ਨਹੀਂ ਚੱਲਦਾ ਹਨਾ। ਇਹ ਪਤਾ ਨਹੀਂ ਹੁੰਦਾ ਕਿ ਕਿਸ ਮੋੜ ਤੇ ਜਾ ਕੇ ਕਿਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਵੇ, ਜਾਂ ਇਹ ਬਲ ਇਤਿਹਾਸ ਦੀ ਚਾਲ ਹੋਰ ਤਰ੍ਹਾਂ ਦੀ ਹੁੰਦੀ ਹੈ। ਔਰ ਕਿਸੇ ਨੇ ਵੀ ਇਹ ਇਮੇਜਿਨ ਕੀਤਾ ਸੀ ਜਾਂ ਸੋਚਿਆ ਹੋਣਾ ਕਿ ਇਹ ਇੰਨਾ ਮਤਲਬ ਨਾ ਜਿਹੜਾ ਥੱਲੇ ਉਹਨਾਂ ਨੂੰ ਇੱਜ਼ਤ ਮਾਣ ਦਾ, ਥੋੜਾ ਜਿਹਾ ਪੈਰ ਲਾਉਣ ਦਾ, ਤਕੜੇ ਹੋਣ ਦਾ ਜਿਹੜਾ ਮੌਕਾ ਮਿਲ ਰਿਹਾ, ਇੱਕਦਮ ਉੱਪਰ ਨੂੰ ਜਾ ਰਿਹਾ ਤੇ ਇੱਕਦਮ ਜਿਹੜੀ ਰਾਜਸਥਾਨ ਦੀ ਘਟਨਾ ਵਾਪਰ ਜਾਏਗੀ ਹਨਾ। ਇਸ ਕਰਕੇ ਕੁਝ ਇਹ ਇੱਕ ਜਾਣੀ ਇਹ ਇਤਿਹਾਸ ਦੀ ਆਪਣੀ ਇੱਕ ਚਾਲ ਆ, ਲੇਕਿਨ ਘਟਨਾਵਾਂ ਤੇ ਇਤਿਹਾਸ ਸਾਰਿਆਂ ਨੂੰ ਸਿਖਾਉਂਦਾ ਹੈ, ਉਹਨਾਂ ਨੂੰ ਜਿਹੜਾ ਸਿੱਖਣਾ ਚਾਹੁੰਦੇ ਹੋਣ। ਔਰ ਕਾਂਗਰਸ ਦੀ ਲੀਡਰਸ਼ਿਪ ਨੇ ਵੀ ਜੋ ਕੁਝ ਸਿੱਖਿਆ, ਹੋ ਸਕਦਾ ਹੈ ਕਿ ਆਪਣੇ ਸਾਰੇ ਪਿਛਲੇ ਇਤਿਹਾਸ ਤੋਂ ਜ਼ਰੂਰ ਕੁਝ ਨਾ ਕੁਝ ਸਿੱਖਿਆ ਹੋਣਾ, ਜਿਸ ਕਰਕੇ ਇੱਕ ਨਵੇਂ ਕਿਸਮ ਦੀ ਟੀਮ ਲੈ ਕੇ ਰਾਹੁਲ ਗਾਂਧੀ ਚੱਲੇ ਆ, ਉਹਨਾਂ 'ਚ ਪੁਰਾਣੇ ਬੰਦੇ ਨਹੀਂ ਹੈ। ਆਪਾਂ ਪਿਛਲੀ ਡਿਸਕਸ਼ਨ ਦੇ ਵਿੱਚ ਇਸ ਗੱਲ ਦੇ ਉੱਤੇ ਵਿਚਾਰ ਕੀਤੀ ਸੀ ਕਿ ਮੇਰਾ ਖਿਆਲ ਹੈ 7 ਜਾਂ 8 ਰਹਿ ਚੁੱਕੇ ਮੁੱਖ ਮੰਤਰੀ ਆ ਜਿਹੜੇ ਕਾਂਗਰਸ ਦੇ ਕਿਸੇ ਨਾ ਕਿਸੇ ਸਟੇਟ ਦੇ ਵਿੱਚ, ਉਹੀ ਚਲੇ ਗਏ, ਕਾਂਗਰਸ ਨੂੰ ਛੱਡ ਕੇ ਪਰਾਂ ਹੋ ਗਏ। ਔਰ ਇਸੇ ਕਰਕੇ ਕਿ ਵੀ ਕਈ ਵਾਰੀ ਮੁੱਖ ਮੰਤਰੀ ਰਹਿ ਗਏ। ਹੁਣ ਇਹ ਪਿਛਲੇ ਬੰਦੇ ਆ ਜਿਹੜੇ ਕਾਂਗਰਸ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸੱਤਾ ਦਾ ਸੁੱਖ ਭੋਗ ਲਿਆ ਹੋਇਆ, ਔਰ ਉਹਨਾਂ ਨੂੰ ਔਰ ਉਹਨਾਂ ਦਾ ਕੀ ਰਵੱਈਆ ਹੈਗਾ ਆ
ਉਹਦੇ ਤੋਂ ਵੀ ਇਹ ਲਰਨ ਕਰਦੇ ਹੋਣਗੇ ਜ਼ਰੂਰ। ਔਰ ਇਸ ਤਰ੍ਹਾਂ ਜਿਹੜੇ ਹੋਰ ਹੁਣ ਆਪਣੇ ਜਿਹੜੇ ਛੱਡ ਕੇ ਜਾਣ ਵਾਲਿਆਂ ਦੇ ਵਿੱਚ ਆਪਣੇ ਗੁਲਾਮ ਨਬੀ ਆਜ਼ਾਦ, ਕਪਲ ਸਿੱਬਲ ਵਰਗੇ ਜਿਨ੍ਹਾਂ ਨੇ ਆਪਣਾ ਗੱਦੀਆਂ ਵੀ ਮਾਣੀਆਂ ਤੇ ਸਾਰਾ ਕੁਝ ਕਰਕੇ, ਤਾਂ ਹੁਣ ਕਿਉਂਕਿ ਉਦੋਂ ਕੈਪਟਨ ਅਮਰਿੰਦਰ ਸਿੰਘ ਜਦੋਂ ਲੱਗਣ ਲੱਗ ਪਿਆ, ਜਦੋਂ ਇਹ ਦੇਖਣ ਲੱਗ ਪਿਆ ਨਾ ਕਿ ਹੁਣ ਸ਼ਾਇਦ ਇਹਨੇ ਵਾਪਸ ਨਹੀਂ ਆਉਣਾ, ਕਿਉਂਕਿ ਹਾਲਾਤ ਹੀ ਐਸੀ ਹੋ ਗਈ ਸੀਗੀ। ਔਰ ਸ਼ੁਰੂ ਕਰਨ ਤੋਂ ਪਹਿਲਾਂ, ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਐਸਾ ਹੀ ਹਾਲਾਤ ਸੀਗਾ, ਸੱਚੀ ਲੱਗਦਾ ਸੀਗਾ ਕਿ ਕਾਂਗਰਸ ਦੇ ਉੱਠਣ ਦਾ ਹੁਣ ਕੋਈ ਚਾਂਸ ਨਹੀਂ ਹੈ। ਪਰ ਲੋਕ ਜਦੋਂ ਖੜਾ ਕਰਦੇ ਆ ਕਿਸੇ ਪਾਰਟੀ ਨੂੰ, ਲੋਕ ਜਦੋਂ ਕਿਸੇ ਲੀਡਰ ਦਾ ਨੂੰ ਸਪੋਰਟ ਕਰਦੇ ਆ, ਫਿਰ ਉਹਦੇ 'ਚ ਜਾਨ ਪੈਣੀ ਸ਼ੁਰੂ ਹੋ ਜਾਂਦੀ ਆ। ਲੋਕ ਸੜਕਾਂ ਤੇ ਆ ਗਏ, ਔਰ ਤਾਂ ਉਹ ਜੇ ਇਹ ਮੋੜ ਪਿਆ ਹੋਇਆ ਪਹਿਲਾਂ ਨਜ਼ਰ ਆਉਂਦਾ ਤੇ ਸ਼ਾਇਦ ਦੌੜਨ ਵਾਲੇ, ਕਾਂਗਰਸ ਛੱਡ ਕੇ ਪਾਸੇ ਜਾਣ ਵਾਲੇ ਜਿਹੜੇ, ਉਹਨਾਂ ਦੀ ਗਿਣਤੀ ਇੰਨੀ ਨਾ ਹੁੰਦੀ। ਔਰ ਉਹ ਛੱਡਣ ਹੁਣ ਵੀ ਨਹੀਂ ਪਤਾ ਲੱਗ ਰਿਹਾ ਕਿ ਕਿਸ MP ਨੇ, ਕਿਹੜੇ ਮੰਤਰੀ ਨੇ, ਕਿਹੜੇ ਸਾਬਕਾ ਮੁੱਖ ਮੰਤਰੀ ਨੇ ਆਪਣਾ ਪਾਲਾ ਬਦਲ ਜਾਣਾ ਆ, ਹਨਾ। ਹੁਣ ਦੂਸਰੇ ਪਾਸੇ ਹੋਣਾ ਇਹ ਸ਼ੁਰੂ ਹੋ ਗਿਆ ਅਸਲ ਦੇ ਵਿੱਚ ਲੋਕਾਂ ਦਾ। ਇੱਕ ਗੁਜਰਾਤ ਦੇ ਵਿੱਚ ਜੋ ਕੁਛ ਘਟਨਾਵਾਂ ਵਾਪਰੀਆਂ ਉਹਦੇ ਨਾਲ, ਇੱਕ ਜੋ ਕੁਛ ਬਿਹਾਰ ਦੇ ਵਿੱਚ ਵਾਪਰ ਗਿਆ ਉਹਦੇ ਨਾਲ, ਇਹ ਲੱਗਣ ਲੱਗ ਗਿਆ ਕਿ ਇਹ ਐਸੀ ਤਾਕਤ ਨਹੀਂ ਹੈ ਜਿਹੜੀ ਮੋਦੀ ਤੇ ਸ਼ਾਹ ਦੇ ਨਾਲ ਇਕੱਠੇ, ਜਾਂ ਉਹਨਾਂ ਦੀ ਸਟੇਟ ਦੀ, ਜਿੰਨੀ ਸਾਨੂੰ ਲੱਗਦੀ ਹੈ। ਇਹਨੂੰ ਵੀ ਹਿਲਾਇਆ ਜਾ ਸਕਦਾ। ਜੇ ਇਹ ਹੋ ਜਾਂਦਾ ਕਿ ਇਹ ਤਾਂ ਹਿੱਲ ਹੀ ਨਹੀਂ ਰਹੀ, ਇਹਦਾ ਤਾਂ ਫਿਊਚਰ ਹੀ ਬੜਾ ਤਕੜਾ ਹੈਗਾ, ਫਿਰ ਪਤਾ ਨਹੀਂ ਰਾਜਸਥਾਨ 'ਚੋਂ ਗੁੱਸੇ ਹੋਣ ਵਾਲੇ ਕੋਈ ਹੋਰ ਹੀ ਤਰ੍ਹਾਂ ਦਾ ਫੈਸਲਾ ਕਰ ਲੈਂਦੇ। ਔਰ ਇਸ ਕਰਕੇ ਇਹ ਹੈ ਨਾ, ਜਿਹੜਾ ਬੈਲੈਂਸ ਆਫ ਫੋਰਸਿਸ ਹੈਗੀਆਂ, ਉਹ ਵੀ ਰਾਜਨੀਤੀ ਦੀ ਸੇਧ ਨੂੰ ਤੈਅ ਕਰਨ ਦੇ ਵਿੱਚ ਆਪਣਾ ਰੋਲ ਅਦਾ ਕਰਦੀਆਂ। ਇਸ ਕਰਕੇ ਟਾਈਮ ਵੀ ਥੋੜਾ ਰਹਿ ਗਿਆ, ਸੰਖੇਪ 'ਚ ਇਹਨੂੰ ਹਾਂ, ਉਹ ਇਹੀ ਆ ਕਿ ਵੀ ਜੇ ਇਹ ਨਵੇਂ ਕਿਸਮ ਦੀ, ਤੁਸੀਂ ਇਹ ਠੀਕ ਪਕੜਿਆ ਸ਼ਾਇਦ, ਪਹਿਲਾਂ ਮੈਂ ਬਹੁਤਾ ਧਿਆਨ ਨਹੀਂ ਦਿੱਤਾ ਕਿ ਜਿਹੜੇ ਉਹਨਾਂ ਦੇ ਨਾਲ ਤੁਰੇ ਹੋਏ ਆ, ਉਹਨਾਂ ਦੇ ਵਿੱਚ ਉਹ ਪੁਰਾਣੀ ਲੀਡਰਸ਼ਿਪ ਵਾਲੇ ਬੰਦੇ ਨਹੀਂ ਹੈਗੇ, ਹਨਾ। ਇੱਕ ਤਾਂ ਇਹ ਨਵੀਂ ਲੀਡਰਸ਼ਿਪ ਉਭਰਨ ਦਾ, ਉਹਨਾਂ ਦੇ ਅੱਗੇ ਆਉਣ ਦਾ, ਉਹ ਜਿੱਥੋਂ ਦੀ ਲੰਘਣਗੇ ਉਹਨਾਂ ਸਟੇਟਾਂ ਦੇ ਵਿੱਚ ਵੀ ਉਸ ਉਮਰ ਦੇ ਜਾਂ ਨਵੇਂ ਜਿਹੜੇ ਲੀਡਰ ਉੱਭਰ ਰਹੇ ਆ, ਉਹ ਜੁੜਨਗੇ ਨਾਲ ਜਿੱਥੋਂ ਦੀ ਲੰਘਣਗੇ ਉਹਨਾਂ ਦੇ ਨਾਲ ਨਵੇਂ ਬੰਦੇ ਹੋਰ ਵੀ ਜੁੜਨਗੇ। ਔਰ ਲੱਗਦਾ ਇਸੇ ਤਰ੍ਹਾਂ ਸੀ ਕਿ ਵੀ ਉਹ ਵਿਚਾਰਧਾਰਾ ਦੇ ਤੌਰ ਤੇ ਵੀ ਕੁਝ ਨਵੀਆਂ ਗੱਲਾਂ ਕੀਤੀਆਂ ਜਾ ਰਹੀਆਂ, ਔਰ ਉਹ ਗੱਲਾਂ ਕੀਤੀਆਂ ਜਾ ਰਹੀਆਂ ਜਿਹੜੀਆਂ ਇਸ ਦੇਸ਼ ਦੇ ਦਬੇ ਕੁਚਲੇ ਲੋਕਾਂ ਦੀਆਂ ਗੱਲਾਂ ਹੈਗੀਆਂ ਆ। ਔਰ ਉਹ ਉਭਾਰ, ਤੁਸੀਂ ਹੁਣ ਸੋਨੀਆ ਗਾਂਧੀ ਨੂੰ ਪਬਲਿਕਲੀ ਬੋਲਦਿਆਂ, ਬਹੁਤ ਜੋਸ਼ ਦੇ ਵਿੱਚ ਬੋਲਦਿਆਂ ਸੁਣਿਆ ਹੋਣਾ। ਉਹਦੇ 2-3 ਕਿ ਤੁਸੀਂ ਗਰੀਬਾਂ ਨਾਲ ਖੜੇ ਹੋ, ਕਿ ਤੁਸੀਂ ਮਜ਼ਦੂਰਾਂ ਨਾਲ ਖੜੇ ਹੋ ਕਿ ਨਹੀਂ ਖੜੇ, ਹਨਾ। ਜਾਣੀ ਏਦਾਂ ਇੱਕ ਡਿਵੀਜ਼ਨ। ਦੂਸਰਾ ਇਹ ਹੈ ਕਿ ਨਵੀਂ ਲੀਡਰਸ਼ਿਪ ਹੈ ਜਿਹੜੀ, ਉਹਦਾ ਇੱਕ ਉਭਰਨਾ, ਉਹ ਨਵੇਂ ਆਈਡੀਏ ਨੂੰ ਇੰਪਲੀਮੈਂਟ ਕਰਨ ਦੇ ਲਈ ਉਹਦੇ ਕਾਬਲ ਇੱਕ ਜਥੇਬੰਦੀ ਦੀ ਲੋੜ ਹੁੰਦੀ ਹੈ। ਜਿੰਨਾ ਮਰਜ਼ੀ ਤੁਸੀਂ ਆਪਣਾ ਬਹੁਤ ਵਧੀਆ ਵਿਚਾਰ ਬਣਾ ਲਓ, ਜਿੰਨਾ ਮਰਜ਼ੀ ਤੁਸੀਂ ਸਾਇੰਟੀਫਿਕ ਹੋ ਜਾਵੋ, ਜੇ ਉਹ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਉਹ ਇੰਪਲੀਮੈਂਟ ਨਹੀਂ ਕੀਤਾ ਜਾ ਸਕਦਾ, ਤਾਂ ਉਹਦਾ ਕੋਈ ਉਹ ਇੱਕ ਇੰਡੀਵਿਜੂਅਲ ਵਿਚਾਰ, ਇੱਕ ਫਲਸਫਾ ਬਣ ਕੇ ਰਹਿ ਜਾਂਦਾ ਆ। ਪਰ ਉਹ ਲਿਜਾਣ ਦੇ ਲਈ ਉਹਦੇ ਸਮਰੱਥ ਜਾਂ ਉਸ ਨਾਲ ਪਰਪੱਕ ਇੱਕ ਲੀਡਰਸ਼ਿਪ ਦੀ ਵੀ ਲੋੜ ਹੁੰਦੀ ਹੈ। ਔਰ ਲੀਡਰਸ਼ਿਪ ਦੇ ਨਾਲ ਇੱਕ ਕੈਡਰ ਦੀ ਵੀ ਲੋੜ ਹੁੰਦੀ ਆ। ਉਹ ਡੈਮੋਕ੍ਰੈਟਿਕ ਜਾਂ ਲੋਕਤੰਤਰ ਦੇ ਵਿੱਚ ਉਹ ਪਾਰਟੀ ਦੀ ਭੂਮਿਕਾ ਆ ਨਾ ਜਿਹੜੀ, ਉਹ ਬਹੁਤ ਮਹੱਤਵ ਰੱਖਦੀ ਆ। ਤੇ ਉਹ ਪਾਰਟੀ ਜਿਹੜੀ ਹੈ ਨਾ, ਉਸ ਵਿਚਾਰ ਦੇ ਨਾਲ ਪੂਰੀ ਤਰ੍ਹਾਂ ਲੈਸ ਹੋਣੀ ਚਾਹੀਦੀ ਆ, ਜਿਸ ਨੂੰ ਲੈ ਕੇ ਉਹ ਸਮਾਜ ਦੇ ਵਿੱਚ ਵਿਚਰਨਾ ਚਾਹੁੰਦੇ ਆ ਜਾਂ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਆ। ਸੋ ਇਹ ਦੋਵੇਂ ਗੱਲਾਂ ਨਾਲ ਚੱਲਦੀਆਂ। ਜੇ ਨਵੀਂ ਲੀਡਰਸ਼ਿਪ ਉੱਭਰ ਰਹੀ ਆ ਤੇ ਵਿਚਾਰ ਵੀ ਇਸ ਤਰ੍ਹਾਂ ਦੇ ਜਾ ਰਹੇ ਆ ਕਿ ਜਿਹੜੇ ਦਬੇ ਕੁਚਲਿਆਂ ਦਾ ਕੋਈ ਸਾਰ ਲੈਣ ਵਾਲਾ ਕੋਈ ਹੋਣਾ ਚਾਹੀਦਾ ਆ, ਤਾਂ ਫਿਰ ਉਹਦੇ ਲਈ ਸੱਚਮੁੱਚ ਜੇ ਉਹ ਇਦਾਂ ਦੀ ਆ ਟੀਮ, ਤਾਂ ਫਿਰ ਉਹਨਾਂ ਨੂੰ ਉਦਾਂ ਦੇ ਹੀ ਬੰਦਿਆਂ ਨੂੰ ਅੱਗੇ ਨਾਲ ਲੈਣਾ ਪੈਣਾ ਜਦੋਂ ਤੱਕ ਉਹ ਕਸ਼ਮੀਰ, ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਪਹੁੰਚਣਗੇ। ਰਾਹ 'ਚ ਇਹੀ ਜੇ ਐਟੀਟਿਊਡ ਰਿਹਾ, ਤਾਂ ਫਿਰ ਰਸਤੇ ਦੇ ਵਿੱਚ ਵੀ ਉਹਨਾਂ ਬੰਦਿਆਂ ਦੇ, ਉਹ ਇਕੱਲਾ ਹੀ ਥੋੜ੍ਹਾ ਕਰ ਵਿੱਚ ਦੀ ਲੰਘਦੇ ਜਾ ਰਹੇ ਆ, ਉਹ ਆਪਣੇ ਜਥੇਬੰਦੀ ਨੂੰ ਵੀ ਥੋੜ੍ਹਾ ਨਾਲ ਪਰੋਂਦੇ ਜਾਂਦੇ ਹੋਣਗੇ, ਔਰ ਉਹਦੇ 'ਚ ਉਹ ਵੀ ਪੈਦਾ ਹੋਣਗੇ। ਤਾਂ ਜਿਹੜੇ ਹੋਰ ਦੂਜੀਆਂ ਪਾਰਟੀਆਂ, ਲੈਫਟ ਪਾਰਟੀਆਂ ਜਾਂ ਉਹਨਾਂ ਦੀਆਂ ਸਹਿਯੋਗੀ ਪਾਰਟੀਆਂ, ਉਹਨਾਂ ਦੇ ਵਿੱਚੋਂ ਹਮਦਰਦੀ ਗੇਨ ਕਰ ਰਹੇ ਆ, ਉਹ ਕੀ ਉਹਨਾਂ ਦੇ ਨਾਲ ਨੇੜਤਾ ਕਰ ਰਹੇ ਆ, ਕਿ ਉਹਨਾਂ ਦੇ ਅੰਦਰ ਜਿਹੜੀ ਥੋੜ੍ਹੀ ਬਹੁਤ ਆਪਸ 'ਚ ਕੁੜੱਤਣ ਹੈਗੀ ਆ, ਉਹ ਦੂਰ ਹੁੰਦੀ ਜਾ ਰਹੀ ਆ ਜਿਉਂ-ਜਿਉਂ ਚੱਲਦੇ ਆ। ਉਹ ਤਾਂ ਉਂਝ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਉਹਨਾਂ ਦਾ ਤਾਂ ਅਜੇ ਸਾਹਮਣੇ ਆਉਣਾ ਆ। ਲੇਕਿਨ ਜਿਹੜੇ BJP ਦੇ ਸਮਰਥਕ ਰਹੇ ਆ ਲੰਬਾ ਸਮਾਂ, ਉਹਨਾਂ ਦੀ ਬੋਲੀ 'ਚ ਤਬਦੀਲੀ ਆਉਣੀ ਸ਼ੁਰੂ ਹੋ ਗਈ।
ਜੀ ਔਰ ਉਹ ਕੇਰਲਾ ਦੇ ਵਿੱਚ ਚਾਨਾ ਜੀ ਇੱਕ ਥਾਂ ਦੇ ਉੱਤੇ 50 ਬੀਜੇਪੀ ਦੇ ਜਿਹੜੇ ਨੇਤਾ ਹੈ ਕਾਂਗਰਸ 'ਚ ਸ਼ਾਮਲ ਹੋ ਗਏ ਆ। ਬਿਲਕੁਲ ਬਿਲਕੁਲ ਉਹਨਾਂ 'ਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਆ। ਉਹ ਉੱਥੇ ਵੀ ਤਾਂ ਘੁਟਨ ਮਹਿਸੂਸ ਕਰਦੇ ਹੋਣੇ ਨਾ। ਉਹ ਜਾਂਦੇ ਕਿੱਥੇ, ਇੱਕ ਡਰ ਦਾ, ਇੱਕ ਭੈ ਦਾ ਮਾਹੌਲ, ਇੱਕ ਦੂਜੇ ਪਾਸੇ ਕੋਈ ਤਾਕਤ ਐਸੀ ਹੈ ਨਹੀਂ ਜਿਹਦਾ ਉਹ ਸਹਾਰਾ ਲੈ ਸਕਣ। ਹੁਣ ਜਦੋਂ ਤਾਕਤ ਆਉਣੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਤਾਂ ਫਿਰ ਉਹ ਛੱਡਣੇ ਵੀ ਜੀ ਸ਼ੁਰੂ ਹੋ ਗਏ। ਜੀ 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 ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੰਡੂ ਸਾਹਿਬ, ਥੈਂਕ ਯੂ।